ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੱਜ ਬੈਠੇ ਸਤਿਕਾਰਯੋਗ ਸਤਸੰਗੀ ਜਨੋ, ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਦੇ ਸਦਕਾ ਅੰਮ੍ਰਿਤ ਵੇਲੇ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਪਾਵਨ ਸ਼ਲੋਕਾਂ ਦੇ ਨਾਲ ਆਪਾਂ ਪਿਛਲੇ ਸਮੇਂ ਤੋਂ ਸਾਂਝ ਪਾਉਣ ਦਾ ਯਤਨ ਕਰ ਰਹੇ ਹਾਂ। ਹੁਣ ਤੱਕ 28 ਸ਼ਲੋਕ ਆਪਾਂ ਵਿਚਾਰੇ ਨੇ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਪਿਛਲੇ ਸ਼ਲੋਕਾਂ ਦੇ ਵਿੱਚ ਜੋ ਬਖਸ਼ਿਸ਼ ਕੀਤੀ ਸੀ, ਮਾਇਆ ਕਾਰਨ ਧਾਵਹੀ ਮੂਰਖ ਲੋਗ ਅਜਾਣ, ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਣ। ਮਾਇਆ ਕਰਕੇ ਮਨੁੱਖ ਦੌੜਦਾ ਫਿਰਦਾ ਏ, ਅਜਾਣ ਹੈ ਮਨੁੱਖਾ ਜਨਮ ਤੋਂ। ਦੁਰਲੱਭ ਜੀਵਨ ਦੀ, ਜਾਂ ਐਵੇਂ ਕਹਿ ਲਓ ਦੁਰਲੱਭ ਇਸ ਮਨੁੱਖਾ ਦੇਹ ਦਾ, ਉਹਨੂੰ ਪਤਾ ਨਹੀਂ ਲੱਗਿਆ ਵੀ ਫਾਇਦਾ ਕੀ ਹੈ, ਲਾਭ ਨਹੀਂ ਖੱਟ ਸਕਿਆ। ਸਤਿਗੁਰੂ ਜੀ ਨੇ ਸਮਝਾਇਆ ਵੀ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਣ। ਜਨਮ ਹੈ ਜਿਹੜਾ ਬਿਰਥਾ ਜਾ ਰਿਹਾ। ਕਿਉਂ? ਕਿਉਂਕਿ ਮਾਲਕ ਜੀ ਦੀ ਯਾਦ, ਉਹਦੀ ਰਜ਼ਾ ਤੋਂ ਬਿਨਾਂ ਇਹ ਅਧੂਰਾ ਹੈ, ਇਹ ਅਕਾਰਤ ਹੈ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅਗਲੇਰੇ ਜਿਹੜੇ ਸ਼ਲੋਕ ਨੇ, ਆਓ ਉਹਨਾਂ ਦੇ ਵਿਚਾਰ ਆਰੰਭਣ ਤੋਂ ਪਹਿਲਾਂ ਸਾਰੇ ਹੀ ਆਪਾਂ ਗੁਰਦਰਬਾਰ ਦੀ ਮਰਿਆਦਾ ਨਿਭਾ ਲਈਏ। ਜਿੰਨੀਆਂ ਸੰਗਤਾਂ ਜੁੜਮਿਲ ਬੈਠੀਆਂ ਨੇ, ਲਵਾਓ ਭਾਈ ਹਾਜ਼ਰੀ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਦਾ ਪਾਠ ਹੈ 29 ਨੰਬਰ ਸ਼ਲੋਕ। ਸਤਿਗੁਰੂ ਕਿਰਪਾ ਕਰਦੇ ਨੇ, ਜੋ ਪ੍ਰਾਣੀ ਨਿਸ ਦਿਨ ਭਜੈ, ਰੂਪ ਰਾਮ ਤਿਹ ਜਾਣ, ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਣ। ਜੋ ਪ੍ਰਾਣੀ ਨਿਸ ਦਿਨ ਭਜੈ, ਦਿਨ ਰਾਤ ਜੋ ਪ੍ਰਾਣੀ ਮਾਲਕ ਜੀ ਨੂੰ ਚੇਤੇ ਕਰਦਾ ਹੈ, ਭਜਦਾ ਹੈ, ਉਹਦੀ ਯਾਦ ਦੇ ਵਿੱਚ ਜੁੜਿਆ ਰਹਿੰਦਾ। ਮਤਲਬ ਉਹਨੂੰ ਹਮੇਸ਼ਾ ਆਪਣੇ ਨਾਲ ਸਮਝਦਾ, ਹਮੇਸ਼ਾ ਯਾਦ ਰੱਖਦਾ ਜਿਹਨੂੰ। ਰੂਪ ਰਾਮ ਤਿਹ ਜਾਣ,
ਸਤਿਗੁਰੂ ਕਹਿੰਦੇ ਵੀ ਉਹਨੂੰ ਪ੍ਰਮਾਤਮਾ ਦਾ ਰੂਪ ਹੀ ਜਾਣੋ ਜੋ ਉਹਦੇ ਨਾਲ ਹਮੇਸ਼ਾ ਜੁੜਿਆ ਰਹਿੰਦਾ ਹੈ। ਤੁਸੀਂ ਵੇਖੋ ਮਨੁੱਖੀ ਸੁਭਾਅ ਦੀ ਇਹ ਫਿਦਰਤ ਹੈ ਵੀ ਜੋ ਵੀ ਇਹ ਚੀਜ਼ ਮਤਲਬ ਜਿੱਧਰ ਨੂੰ ਪ੍ਰਭਾਵਿਤ ਹੁੰਦਾ ਹੈ ਬੰਦਾ, ਜੋ ਚੀਜ਼ ਇਹਨੂੰ ਪ੍ਰਭਾਵਿਤ ਕਰਦੀ ਹੈ, ਜਿੱਧਰ ਨੂੰ ਇਹਦੀ ਲਿਵ ਲੱਗਦੀ ਹੈ, ਇਹ ਉਹਦੇ ਵਰਗਾ ਬਣਨਾ ਪਸੰਦ ਕਰਦਾ ਹੈ। ਕਿਉਂਕਿ ਇਹਨੂੰ ਪਸੰਦ ਉਹ ਚੀਜ਼ ਹੈ ਜਿਹੜੀ ਇਹਨੂੰ ਚੰਗੀ ਲੱਗੇ, ਉਹ ਚੀਜ਼ ਨੂੰ ਜਿਹੜੀ ਨੂੰ ਪਸੰਦ ਕਰਦਾ ਉਹਦੇ ਵਰਗਾ ਬਣਨਾ ਚਾਹੁੰਦਾ ਹੈ। ਸਤਿਗੁਰੂ ਨੇ ਕਿਰਪਾ ਕੀਤੀ ਹੈ ਵੀ ਜੈਸੀ ਮਨਸ਼ਾ ਤੈਸੀ ਦਸ਼ਾ, ਜਿਹੋ ਜੀ ਮਨਸ਼ਾ ਬਣ ਗਈ, ਭਾਵ ਵਿਚਾਰ ਸੋਚ ਬਣ ਗਈ ਜਿਹੋ ਜੀ, ਉਹੋ ਜਿਹਾ ਬਣਦਾ ਹੈ ਬੰਦਾ। ਤੇ ਸਤਿਗੁਰੂ ਨੇ ਜਦੋਂ ਕਿਰਪਾ ਕੀਤੀ ਵੀ ਜਦੋਂ ਰੱਬੀ ਰਾਹ ਤੇ ਤੁਰਦਾ ਹੈ ਨਾ, ਮਾਲਕ ਵਰਗਾ ਬਣਨ ਦੀ ਕੋਸ਼ਿਸ਼ ਕਰਦੀ ਹੈ। ਮੰਨ ਲਓ ਵੀ ਇਸ ਰਾਹ ਤੇ ਤੁਰਿਆ, ਉਹਦੇ ਗੁਣ ਜਦੋਂ ਜ਼ਿੰਦਗੀ 'ਚ ਜਿਉਣ ਲੱਗ ਪਿਆ, ਤੇ ਸਤਿਗੁਰੂ ਪਾਵਨ ਗੁਰਬਾਣੀ ਵਿੱਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲਾਲੀ ਜੀਓ। ਜਿਹਨੇ ਜਪਿਆ ਉਹ ਹਰੀ ਮਾਲਕ ਜੀ ਵਰਗੇ ਹੋ ਗਏ। ਜਪਣ ਦਾ ਮਤਲਬ ਹੁੰਦਾ ਹੈ ਗੁਣਾਂ ਨੂੰ ਜਿਉਣਾ, ਜਿਹੜੇ ਉਹਦੇ ਰਾਹ ਤੇ ਤੁਰੇ। ਹੁਣ ਵੇਖੋ ਸੁਭਾਅ ਜਿਹੜਾ ਹੈ ਬੰਦੇ ਦਾ ਜਿਵੇਂ ਦਾ ਬਣਦਾ ਹੈ ਨਾ, ਉਵੇਂ ਦਾ ਫਿਰ ਉਹ ਕਰਦਾ ਹੈ, ਉਵੇਂ ਦਾ ਉਹ ਕਰਨਾ ਚਾਹੁੰਦਾ ਹੈ, ਉਵੇਂ ਦਾ ਉਹ ਜਿਉਣਾ ਚਾਹੁੰਦਾ, ਉਵੇਂ ਦਾ ਉਹ ਬਣ ਕੇ ਰਹਿਣਾ ਚਾਹੁੰਦਾ। ਜੇ ਕਿਤੇ ਦਿਲੋਂ ਸੁਭਾਅ ਬਣਿਆ ਹੋਵੇ ਉਹੋ ਜਿਹਾ। ਹੁਣ ਜਦੋਂ ਅਸੀਂ ਇੱਧਰਲੇ ਪੱਖ ਨੂੰ ਵਿਚਾਰਦੇ ਹਾਂ, ਧਰਮ ਦੇ ਪੱਖ ਨੂੰ ਸਮਝਣਾ ਲੋੜਦੇ ਹਾਂ, ਜਦੋਂ ਅਸੀਂ ਹੁਣ ਚਾਹੁੰਦਾ ਤਾਂ ਹਰੇਕ ਹੀ ਇਨਸਾਨ ਹੈ ਵੀ ਰੱਬ ਵਰਗਾ ਸੁਭਾਅ ਹੋਵੇ ਮੇਰਾ। ਮੰਨ ਲਓ ਵੀ ਮਾਲਕ ਖੁਸ਼ ਹੋਵੇ ਮੇਰੇ ਤੇ, ਲੋਕ ਵੀ ਕਹਿਣ ਵੀ ਰੱਬ ਦੇ ਨਾਲ ਜੁੜੀ ਹੋਈ ਰੂਹ ਹੈ। ਪਰ ਜਿਹੜੇ ਜਿਹੜੇ ਤਰੀਕੇ ਮਨੁੱਖ ਨੇ ਅਪਣਾਏ ਨੇ ਮਾਲਕ ਨਾਲ ਜੁੜਨ ਦੇ, ਉਹ ਦਿਲੋਂ ਨਹੀਂ ਅਪਣਾਏ, ਉਹ ਸਿਰਫ ਬਾਹਰੋਂ ਅਪਣਾਏ ਨੇ। ਤੇ ਬਾਹਰੀ ਤੌਰ ਤੇ ਬੰਦਾ ਸੋਚਦਾ ਵੀ ਮੈਨੂੰ ਦੇਖ ਕੇ ਕੋਈ ਕਹੇ ਵੀ ਰੱਬ ਦਾ ਬੰਦਾ ਹੈ, ਇਹ ਜੁੜੀ ਹੋਈ ਰੂਹ ਹੈ। ਪਰ ਉਸ ਚੀਜ਼ ਦਾ ਪ੍ਰਭਾਵ ਪੈਣਾ ਵੀ ਤਾਂ ਲਾਜ਼ਮੀ ਹੈ ਨਾ, ਪ੍ਰਭਾਵ ਪਵੇ ਫੇਰ ਹੀ ਹੈ ਨਾ। ਹੁਣ ਵੇਖੋ ਬੰਦੇ ਨੇ ਸੋਚਿਆ ਵੀ ਮੈਂ ਜਾਣਾ ਜਿੱਧਰ ਨੂੰ ਹੈ, ਮੰਨ ਲਓ ਪੂਰਬ ਵਾਲੇ ਪਾਸੇ ਨੂੰ ਜਾਣਾ ਹੈ, ਵੀ ਚੜ੍ਹਦੇ ਵਾਲੇ ਪਾਸੇ ਨੂੰ ਮੈਂ ਤੁਰਨਾ ਹੈ, ਵੀ ਚੜ੍ਹਦੇ ਵਾਲੇ ਪਾਸੇ ਮੇਰੀ ਮੰਜ਼ਿਲ ਹੈ, ਮੈਂ ਉੱਥੇ ਪਹੁੰਚਣਾ ਹੈ। ਪਰ ਸਫ਼ਰ ਜਿਹੜਾ ਉਹ ਛਿਪਦੇ ਵੱਲ ਨੂੰ ਕਰੀ ਜਾਵੇ, ਮੈਂ ਪਹੁੰਚ ਚੜ੍ਹਦੇ ਵਾਲੇ ਪਾਸੇ ਜਾਣਾ, ਐਵੇਂ ਨਹੀਂ ਨਾ ਹੋ ਸਕਦਾ। ਉਸ ਰਾਹ ਵੱਲ ਨੂੰ ਉਹਨੂੰ ਤੁਰਨਾ ਪੈਣਾ, ਇਹਨੇ ਬਣਨਾ ਤਾਂ ਫੇਰ ਹੀ ਹੈ ਨਾ। ਜਾਂ ਐਵੇਂ ਕਹਿ ਲਓ ਵੀ ਪਹੁੰਚੂ ਤਾਂ ਹੀ ਜੇ ਉਸ ਰਾਹ ਨੂੰ ਤੁਰੇ, ਪਰ ਤੁਰੇ ਉਸ ਪੱਖ ਤੋਂ ਪੁੱਠਾ। ਤੇ ਲੋੜ ਜਿਹੜੀ ਸੋਚ ਹੈ ਉਹ ਕੁਛ ਹੋਰ ਕਰੇ। ਜਿਵੇਂ ਹੁਣ ਸਤਿਗੁਰੂ ਜੀ ਦੇ ਪਾਵਨ ਬੋਲ ਨੇ, ਸਤਿਗੁਰੂ ਕਹਿੰਦੇ ਕਹੋ ਗਸਾਈ ਮਿਲਿਆ ਕਿ, ਹੇ ਮਾਲਕ ਜੀ ਦੱਸੋ ਕਿਵੇਂ ਮਿਲਿਆ ਜਾਵੇ। ਬੜੇ ਯਤਨ ਕਰ ਲਏ। ਸਤਿਗੁਰੂ ਜੀ ਨੇ ਅੱਗੇ ਜਵਾਬ ਦਿੱਤਾ, ਕਹਿੰਦੇ ਯਤਨ ਵੀ ਉਹ ਕੀਤੇ ਜੋ ਬਵਰਜਤ ਤਿਸ ਸਿਉ ਨੇ, ਜੋ ਗੱਲਾਂ ਛੱਡਣੀਆਂ ਸੀ ਉਹਦੇ ਨਾਲ ਨੇ ਪਾਲ ਲਿਆ, ਤੇ ਚਾਹੁੰਦਾ ਮਾਲਕ ਨਾਲ ਜੁੜ ਜਾਵਾਂ ਮੈਂ। ਜਾਣਾ ਜਿੱਧਰ ਨੂੰ ਸੀ ਉਹ ਰਾਹ ਫੜਿਆ ਨਹੀਂ, ਪੁੱਠੇ ਵਾਲਾ ਪਾਸਾ ਫੜ ਲਿਆ ਵੀ ਪਹੁੰਚੂ ਮੈਂ ਸਹੀ ਜਗ੍ਹਾ ਤੇ। ਐਂ ਕਿਵੇਂ? ਰਾਹ ਉਹੀ ਚੁਣਨਾ ਪੈਣਾ ਹੈ ਨਾ। ਹੁਣ ਪਾਵਨ ਗੁਰਬਾਣੀ ਵਿੱਚ ਇਵੇਂ ਵੀ ਇਸ ਨੂੰ ਲਿਖਿਆ ਵੀ ਬੀਜੈ ਬਿਖ ਮੰਗੈ ਅੰਮ੍ਰਿਤ। ਬੀਜ ਦਾ ਜ਼ਹਿਰ ਹੈ, ਆਸ ਅੰਮ੍ਰਿਤ ਦੀ ਰੱਖਦਾ। ਬੀਜ ਦਾ ਦੁੱਖ ਹੈ ਤੇ ਆਸ ਉਹਨਾਂ ਤੋਂ ਸੁੱਖਾਂ ਦੀ ਰੱਖਦਾ। ਬਾਬਾ ਫਰੀਦ ਸਾਹਿਬ ਜੀ ਦੇ ਬੋਲ ਨੇ, ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਬੀਜ ਕਿੱਕਰਾਂ ਦੇ ਬੀਜੇ ਹੋਏ ਨੇ ਤੇ ਆਸ ਤੂੰ ਦਾਖਾਂ ਦੀ ਕਰਦਾ, ਬਜੌਰ ਦੀਆਂ ਦਾਖਾਂ ਭਾਲਦਾ, ਕਿਉਂਕਿ ਬਜੌਰ ਦੀਆਂ ਦਾਖਾਂ ਬੜੀਆਂ ਮਸ਼ਹੂਰ ਨੇ। ਸਤਿਗੁਰੂ ਕਹਿੰਦੇ ਫਰੀਦਾ ਲੋੜੈ ਦਾਖ ਬਜੌਰੀਆਂ, ਤੇ ਕਹਿੰਦੇ ਦਾਖਾਂ ਦੀ ਆਸ ਲਾ ਕੇ ਬੈਠਾ, ਬੀਜ ਕਿੱਕਰਾਂ ਦੇ ਬੀਜ ਕੇ। ਹੰਡੈ ਉਨ ਕਤਾਏ ਦਾ ਪੈਦਾ ਲੋੜੈ ਪੱਟ। ਬੀਜ ਦਾ ਉੱਨ ਹੈ
ਤੇ ਉਹਦੇ ਤੋਂ ਆਸ ਰੇਸ਼ਮ ਦੀ ਲਾਉਣਾ। ਮੰਨ ਲਓ ਵੀ ਜਿਹੜਾ ਉੱਨ ਦਾ ਸੁਭਾਅ ਹੈ, ਉੱਨ ਹੈ ਜਿਹੜੀ ਜਾਂ ਰੂਹ ਕਹਿ ਲਓ, ਹੁਣ ਉਹਦਾ ਜਿਹੜਾ ਸੁਭਾਅ ਹੈ ਉਹਨੇ ਉਵੇਂ ਦੀ ਹੀ ਸਰੀਰ ਨੂੰ ਮੰਨ ਲਓ ਵੀ ਅਹਿਸਾਸ ਕਰਾਉਣਾ ਹੈ ਨਾ, ਮਹਿਸੂਸ ਉਵੇਂ ਦਾ ਹੀ ਕਰਾਉਣਾ ਹੈ। ਤੇ ਬੰਦਾ ਪਾ ਕੇ ਮੰਨ ਲਓ ਵੀ ਉੱਨ ਦਾ ਕੱਪੜਾ ਪਾ ਕੇ ਆਸ ਰੇਸ਼ਮ ਦੀ ਰੱਖੇ ਵੀ ਅਹਿਸਾਸ ਰੇਸ਼ਮ ਵਾਲਾ ਹੋਣਾ, ਇਵੇਂ ਨਹੀਂ ਨਾ ਹੋ ਸਕਦਾ। ਹੰਡਾ ਉੱਨ ਕਤਾਈ ਦਾ ਪਹਿਦਾ ਲੋੜ ਹੈ, ਪੱਟ ਹੁੰਦਾ ਰੇਸ਼ਮ, ਤੇ ਆਸ ਰੇਸ਼ਮ ਦੀ ਕਰਦਾ, ਇਹ ਨਹੀਂ ਹੋ ਸਕਦਾ। ਸਤਿਗੁਰੂ ਕਹਿੰਦੇ ਵੀ ਸਫ਼ਰ ਉਸ ਵੱਲ ਨੂੰ ਕਰਨਾ ਪੈਣਾ ਹੈ ਜਿਹਦੀ ਆਸ ਰੱਖਦਾ। ਉਦਾਂ ਹੀ ਆਪਾਂ ਜਿਹੜੇ ਪਿਛਲੇ ਸ਼ਲੋਕ ਵਿਚਾਰ ਕੇ ਆਏ ਹਾਂ, ਆਧਾਰ ਉਹੀ ਰੱਖੀ ਆਪਾਂ। ਯਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਬੜੇ ਅਨੇਕਾਂ ਯਤਨ ਸੁੱਖ ਦੇ ਹੋਏ, ਦੁੱਖ ਦਾ ਕੋਈ ਵੀ ਨਹੀਂ ਕਰਦਾ। ਪਰ ਬਸ ਇਹ ਹੈ ਵੀ ਸੁੱਖਾਂ ਵਾਸਤੇ ਜੋ ਸਫ਼ਰ ਹੈ ਨਾ, ਉਹ ਬੜਾ ਗਲਤ ਹੈ। ਸਫ਼ਰ ਨੂੰ ਕੋਈ ਵੀ ਨਹੀਂ ਵਿਚਾਰਦਾ ਵੀ ਮੈਂ ਸਫ਼ਰ ਕਿਹੋ ਜਿਹਾ ਕਰ ਰਿਹਾ। ਹਰੇਕ ਬੰਦਾ ਦੇਖੋ ਮੰਜ਼ਿਲ ਪਾਉਣੀ, ਮੰਜ਼ਿਲ ਤੇ ਪਹੁੰਚਣਾ ਜ਼ਰੂਰੀ ਹੈ, ਏਮ ਹੁੰਦਾ ਹੈ ਬੰਦੇ ਦਾ, ਪਰ ਸਫ਼ਰ ਨੂੰ ਵਿਚਾਰਨਾ ਕੋਈ ਨਹੀਂ ਚਾਹੁੰਦਾ ਵੀ ਮੈਂ ਸਫ਼ਰ ਕਿਹੋ ਜਿਹਾ ਤੈਅ ਕੀਤਾ, ਸਫ਼ਰ ਕਿਵੇਂ ਦਾ ਕੀਤਾ। ਹੁਣ ਡਿਪੈਂਡ ਸਾਡੇ ਸਫ਼ਰ ਤੇ ਕਰਦਾ ਵੀ ਸਫ਼ਰ ਕਿਹੋ ਜਿਹਾ ਤੇਰਾ। ਜੇ ਸਫ਼ਰ ਹੀ ਸਹੀ ਨਾ ਹੋਇਆ ਤੇ ਆਸ ਮੰਜ਼ਿਲ ਦੀ ਲਾਈ ਬੈਠੇ ਵੀ ਮੰਜ਼ਿਲ ਤੇ ਮੈਂ ਪਹੁੰਚ ਜਾਊਂਗਾ, ਇਵੇਂ ਨਹੀਂ ਨਾ ਜਾਇਆ ਜਾ ਸਕਦਾ। ਆਪਾਂ ਜਿਹੜੀ ਗੱਲ ਵਿਚਾਰ ਰਹੇ ਹਾਂ ਵੀ ਰੱਬ ਨਾਲ ਜੁੜਨ ਦਾ ਜਿਹੜਾ ਮਾਰਗ ਹੈ, ਉਹ ਤੇ ਵੀ ਤੁਰਨਾ ਪੈਣਾ ਹੈ, ਤਾਂ ਗੁਰੂ ਨੂੰ ਲੈ ਕੇ ਆਉਣਾ ਪੈਣਾ ਹੈ ਨਾ ਜ਼ਿੰਦਗੀ 'ਚ। ਤੇ ਜਿਹੜੀਆਂ ਗੱਲਾਂ ਤੋਂ ਮਾਲਕ ਬਵਰਜਿਤ ਹੈ ਉਹ ਵਰਜਦਾ ਹੈ, ਜਿਹੜੀਆਂ ਗੱਲਾਂ ਤੋਂ ਰੋਕਦਾ ਹੈ, ਉਹਨਾਂ ਰਾਹਾਂ ਤੇ ਚੱਲ ਕੇ ਮਾਲਕ ਨਾਲ ਕਿਵੇਂ ਜੁੜਿਆ ਜਾ ਸਕਦਾ ਜਿਨ੍ਹਾਂ ਤੋਂ ਉਹ ਰੋਕਦਾ ਹੈ। ਐਵੇਂ ਨਹੀਂ ਨਾ ਧਰਮੀ ਬਣਿਆ ਜਾ ਸਕਦਾ, ਜਾਂ ਐਵੇਂ ਨਹੀਂ ਨਾ ਰੱਬ ਵਾਲੇ ਗੁਰੂ ਵਾਲੇ ਬਣਿਆ ਜਾਂਦਾ। ਹੁਣ ਸਤਿਗੁਰੂ ਨੇ ਕਿਰਪਾ ਕੀਤੀ, ਕਹਿੰਦੇ ਜੋ ਪ੍ਰਾਣੀ ਨਿਸ ਦਿਨ ਭਜੈ, ਰੂਪ ਰਾਮ ਤਿਹ ਜਾਣ। ਰਾਮ ਦੇ ਰੂਪ ਉਹ ਬਣ ਗਏ ਜਿਨ੍ਹਾਂ ਨੇ ਨਿਸ ਦਿਨ ਯਾਦ ਕੀਤਾ। ਭਾਵ ਇਹ ਹੈ ਵੀ ਉਹ ਤੋਂ ਬਿਨਾਂ ਕੁਝ ਵੀ ਨਹੀਂ, ਜਿਨ੍ਹਾਂ ਦਾ ਰਾਹ ਇਮਾਨਦਾਰੀ ਵਾਲਾ, ਜਿਨ੍ਹਾਂ ਦਾ ਰਸਤਾ ਸੱਚ ਵਾਲਾ ਹੋ ਗਿਆ। ਤੇ ਨਹੀਂ ਤਾਂ ਸਾਡੇ ਵਰਗਿਆਂ ਨੇ ਯਤਨ ਬਹੁਤ ਕੀਤੇ, ਪਰ ਯਤਨ ਕੀਤੇ ਕਿਹੋ ਜਿਹੇ ਉਹ ਨਹੀਂ ਦੱਸ ਸਕੇ ਅਸੀਂ ਵੀ ਕੋਸ਼ਿਸ਼ ਕਿਹੋ ਜਿਹੀ। ਆਪਾਂ ਕਹਿੰਦੇ ਨਾ ਬੰਦੇ ਨੇ ਮਿਹਨਤ ਬੜੀ ਕੀਤੀ ਹੈ ਤਾਂ ਪਹੁੰਚਿਆ ਜੀ ਅਸੀਂ, ਤਾਂ ਆਹ ਕੁਛ ਹਾਸਲ ਹੋ ਗਿਆ। ਤੇ ਜੇ ਪੁੱਛੀਏ ਭਾਈ ਮਿਹਨਤ ਕੀਤੀ ਕਿਵੇਂ ਦੀ, ਉਹ ਦੱਸਣ ਨੂੰ ਲਾਜ਼ਮੀ ਨੇ ਵੀ ਕੀ ਕੁਝ ਕੀਤਾ, ਕਿਹੜੇ ਕਿਹੜੇ ਕੰਮ ਕੀਤੇ, ਕਿਹੜਾ ਕਿਹੜਾ ਧੰਦਾ ਕੀਤਾ, ਕਿਹੜੇ ਕਿਹੜੇ 2 ਨੰਬਰ ਦੇ ਮੈਂ ਕੰਮ ਕਰਕੇ ਇੱਥੋਂ ਤੱਕ ਪਹੁੰਚਿਆ। ਗੱਲ ਜ਼ਰੂਰੀ ਸਫ਼ਰ ਦੀ ਹੈ। ਤੇ ਜਿਹੜੇ ਸੁੱਖਾਂ ਦੀ ਅਸੀਂ ਆਸ ਕਰਦੇ ਹਾਂ, ਸੁੱਖ ਤਾਂ ਫਿਰ ਇਮਾਨਦਾਰੀ ਚੋਂ ਉਪਜਦਾ ਹੈ ਨਾ, ਸੁੱਖ ਤਾਂ ਇਮਾਨਦਾਰੀ ਵਿੱਚੋਂ ਨਿਕਲਦਾ। ਆਪਾਂ ਪਿੱਛੇ ਵਿਚਾਰ ਆਏ ਹਾਂ ਪਿਛਲੇ ਦੀਵਾਨਾਂ ਵਿੱਚ ਵੀ ਸੁੱਖ ਵੀ ਹੈ ਨਾ ਜਿਹੜਾ, ਉਹ ਸਾਡੇ ਅੰਦਰ ਦੇ ਭਾਵ ਤੇ ਨਿਰਭਰ ਕਰਦਾ ਵੀ ਸੁੱਖ ਕਿਹੋ ਜਿਹਾ ਲੈਣਾ ਚਾਹੁੰਦੇ ਅਸੀਂ। ਬੇਈਮਾਨੀ ਕਰਕੇ ਸੁੱਖ ਲੱਭਾਂਗੇ, ਉਹ ਸੁੱਖ ਕਿਹੋ ਜਿਹਾ ਹੋਇਆ। ਕਿਸੇ ਨਾਲ ਧੋਖਾ ਧੜੀ ਬੇਈਮਾਨੀ ਕਰਕੇ ਸੁੱਖ ਭਾਲਦੇ ਆ, ਉਹ ਸੁੱਖ ਵੀ ਕਾਮਯਾਬ ਨਹੀਂ ਨਾ। ਇਸ ਲਈ ਨਿਰਭਰ ਸੋਚ ਤੇ ਵੀ ਕਰਦਾ ਵੀ ਕਿਹੋ ਜਿਹਾ ਰਸਤਾ ਤੈਅ ਕੀਤਾ ਇਸ ਸੁੱਖ ਤੱਕ ਪਹੁੰਚਣ ਦੇ ਲਈ। ਤੇ ਸਤਿਗੁਰੂ ਕਹਿੰਦੇ ਜੋ ਪ੍ਰਾਣੀ ਨਿਸ ਦਿਨ ਭਜੈ, ਰੂਪ ਰਾਮ ਤਿਹ ਜਾਣ। ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਤੇ ਜਿਨ੍ਹਾਂ ਨੇ ਉਹਨੂੰ ਭਜਿਆ, ਜਿਹੜੇ ਉਹਦੇ ਵਰਗੇ ਬਣਨਾ ਚਾਹੁੰਦੇ ਨੇ, ਜਿਨ੍ਹਾਂ ਨੇ ਉਹਨੂੰ ਯਾਦ ਰੱਖਿਆ, ਤੇ ਅਖੀਰ ਮਾਲਕ ਦੇ ਵਿੱਚ ਉਹਨਾਂ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਕਿਉਂਕਿ ਕਬੀਰ ਸਾਹਿਬ ਜੀ ਦੇ ਬੋਲ ਨੇ ਨਾ ਵੀ ਮੇਰੇ ਤੇ ਮਾਲਕ ਦੇ ਵਿੱਚ ਕੋਈ ਅੰਤਰ ਨਹੀਂ ਰਹਿ ਗਿਆ, ਕਿਸੇ ਨੇ ਪਛਾਣ ਹੀ ਨਹੀਂ ਸਕਿਆ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਣੀ। ਕਿਉਂਕਿ ਮੈਨੂੰ ਇਸ ਗੱਲ ਦੀ ਸਮਝ ਆ ਗਈ ਜਿਹੜੀ ਆਪਾਂ ਪਿੱਛੇ ਵਿਚਾਰ ਕੇ ਆਏ ਹਾਂ, ਜਿਹੜਾ ਜਲ ਦੇ ਵਿੱਚੋਂ ਬੁੱਧਬਦਾ ਪੈਦਾ ਹੁੰਦਾ, ਜਲ ਦੇ ਵਿੱਚ ਹੀ ਖਤਮ ਹੋ ਜਾਂਦਾ। ਤੇ ਇਸ ਲਈ ਜਦੋਂ ਇਸ ਵਿਚਾਰ ਦੀ ਸਮਝ ਲੱਗ ਪਈ ਨਾ ਜਿਹਨੂੰ ਵੀ ਮਾਲਕ ਦੇ ਵਿੱਚੋਂ ਪੈਦਾ ਹੋਏ ਆ ਤੇ ਜੁੜਨਾ ਵੀ ਉਹਦੇ ਨਾਲ ਹੀ ਹੈ, ਇਹਨੂੰ ਭਜਣਾ ਕਹਿੰਦੇ ਨੇ, ਹਰ ਵਕਤ ਉਹਦੇ ਨਾਲ। ਦੇਖੋ ਇੱਕ ਗੱਲ ਨੂੰ ਹੋਰ ਸਮਝਿਓ, ਮਾਲਕ ਜੀ ਨੇ ਜਿੱਦਣ ਮਨੁੱਖ ਮੰਨ ਲਓ ਸਾਡੀ ਦੇਹ ਸਿਰਜੀ ਹੈ, ਪੈਦਾ ਕੀਤਾ ਸਾਨੂੰ, ਕੋਈ ਬੇਈਮਾਨੀ ਨਹੀਂ ਨਾ ਰੱਖੀ।
ਬਰਾਬਰਤਾ ਦਿੱਤੀ ਹੈ ਸਾਰਿਆਂ ਨੂੰ। ਕਿਸੇ ਨੂੰ ਇਹ ਨਹੀਂ ਹੈ ਵੀ ਕਿਸੇ ਨੂੰ ਵੱਧ ਘੱਟ ਦੇਤਾ। ਮੰਨ ਲਓ ਸਰੀਰ ਹੈ, ਜਿਹੜੀ ਬਣਤਰ ਬਣੀ ਹੈ ਇੱਕੋ ਜਿਹੀ ਹੈ ਨਾ ਸਾਰਿਆਂ ਦੀ, ਸਾਰਿਆਂ ਨੂੰ ਬਰਾਬਰ ਹੱਥ ਨੱਕ ਪੈਰ ਸਾਰੇ ਇੱਕੋ ਦਿੱਤੇ ਨੇ। ਮੰਨ ਲਓ ਵੀ ਸਾਰਾ ਕੁਝ ਇੱਕੋ ਜਿਹਾ ਹੈ, ਉਹਨੇ ਬਣਾ ਕੇ ਜੋ ਤੋਰਿਆ, ਕਿਸੇ ਨਾਲ ਕੋਈ ਭੇਦਭਾਵ ਨਹੀਂ, ਦਿਮਾਗ ਸਾਰਿਆਂ ਨੂੰ ਇੱਕੋ ਜਿਹਾ ਦਿੱਤਾ। ਉਹ ਵੱਖਰੀ ਗੱਲ ਹੈ ਸਮਾਜ ਦੇ ਵਿੱਚ ਆ ਕੇ ਬੰਦੇ ਨੇ ਕਿਵੇਂ ਜਿਉਣਾ ਹੈ, ਕਿਵੇਂ ਵਰਤਣਾ, ਕਿਹੋ ਜਿਹੇ ਕਰਮ ਬੀਜਣੇ। ਪਰ ਉਹਨੇ ਮੰਨ ਲਓ ਇੱਕ ਜਿਵੇਂ ਆਪਾਂ ਕਹਦੇ ਵੀ ਜਮਾ ਨਿਊ ਕਰਕੇ ਨਿਊ ਚੀਜ਼ ਇੱਕਦਮ ਮੰਨ ਲਓ ਭੇਜੀ ਹੈ ਇੱਕ ਨੰਬਰ ਦੀ। ਤੇ ਹੁਣ ਜਦੋਂ ਮਾਲਕ ਨੇ ਭੇਜਿਆ ਉਹਨੇ ਕੋਈ ਬੇਈਮਾਨੀ ਨਹੀਂ ਰੱਖੀ, ਫਿਰ ਅੱਗੇ ਤਾਂ ਸਾਡੀ ਵੀ ਕੋਸ਼ਿਸ਼ ਬਣਦੀ ਹੈ ਨਾ ਵੀ ਉਸ ਮਾਲਕ ਦੇ ਨਾਲ ਅਸੀਂ ਵੀ ਇਮਾਨਦਾਰ ਰਹੀਏ। ਸਿਰਫ ਤੇ ਸਿਰਫ ਉਹ ਤੋਂ ਬਿਨਾਂ ਕੁਝ ਯਾਦ ਕੁਝ ਚੇਤੇ ਸਾਡੇ ਨਾ ਹੋਵੇ। ਉਹਦੀ ਯਾਦ ਦਾ ਮਤਲਬ ਹੈ ਵੀ ਉਹਦਾ ਹੁਕਮ ਰਜ਼ਾ, ਉਹਦਾ ਡਰ ਹਮੇਸ਼ਾ ਰਵੇ। ਤੇ ਇਹੋ ਹੀ ਮਾਰਗ ਹੈ ਉਹਦੇ ਨਾਲ ਜੁੜਨ ਦਾ। ਸਤਿਗੁਰੂ ਕਹਿੰਦੇ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਤੇ ਅੱਗੇ ਮਾਲਕ ਜੀ ਨੇ ਕਿਰਪਾ ਕੀਤੀ, ਕਹਿੰਦੇ ਮਨ ਮਾਇਆ ਮੈਂ ਫਦ ਰਹਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕਉਨੇ ਕਾਮ। ਮਨ ਮਾਇਆ ਮੈਂ ਫਦ ਰਿਓ, ਫਦ ਦਾ ਮਤਲਬ ਹੁੰਦਾ ਫਸਿਆ ਹੋਇਆ, ਹਰ ਵੱਲ ਮੋਹ ਦੇ ਵਿੱਚ ਫਸਿਆ ਰਹਿੰਦਾ ਹੈ ਮਨ। ਮਨ ਮਾਇਆ ਮੈਂ ਫਦ ਰਹਿਓ ਬਿਸਰਿਓ ਗੋਬਿੰਦ ਨਾਮ। ਉਹਦਾ ਚੇਤਾ ਗੋਬਿੰਦ ਦਾ ਨਾਮ, ਉਹਦੀ ਯਾਦ, ਉਹਦੀ ਰਜ਼ਾ ਭੁੱਲ ਗਈ, ਮਤਲਬ ਕਿ ਉਹ ਤੋਂ ਬਾਹਰ ਹੋ ਗਿਆ, ਉਹਦੇ ਹੁਕਮ ਤੋਂ ਬਾਹਰ ਹੋ ਗਿਆ। ਤੇ ਸਤਿਗੁਰੂ ਕਹਿੰਦੇ ਕਹੋ ਨਾਨਕ ਬਿਨ ਹਰ ਭਜਨ ਜੀਵਨ ਕਉਣੇ ਕਾਮ। ਕਹਿੰਦੇ ਉਹਦੀ ਯਾਦ ਤੋਂ ਬਿਨਾਂ ਤਾਂ ਜੀਵਨ ਵੀ ਕਿਸੇ ਕੰਮ ਨਹੀਂ ਹੈ, ਕਿਉਂਕਿ ਉੱਤਮ ਕੰਮ ਉਹੀ ਹੈ ਨਾ। ਉਹਦੀ ਰਜ਼ਾ 'ਚ ਤੁਰਨਾ ਸਭ ਤੋਂ ਉੱਤਮ ਕੰਮ ਹੈ। ਉਹਦੀ ਰਜ਼ਾ ਤੋਂ ਬਾਹਰ ਆ ਕੇ ਇਹ ਅਕਾਰਤ ਹੋ ਜਾਂਦਾ ਹੈ, ਕਿਸੇ ਕੰਮ ਦਾ ਨਹੀਂ ਰਹਿੰਦਾ। ਗੱਲ ਨੂੰ ਸਮਝਿਓ ਜ਼ਰੂਰ ਹੈ ਵੀ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਵਰ ਕਾਜ ਜਿਹੜੇ ਕਰਦਾ ਕਿਸੇ ਕੰਮ ਨਹੀਂ ਹੈ, ਸਿਰਫ ਤੇ ਸਿਰਫ ਗੁਰੂ ਦੇ ਨਾਲ ਜੁੜ ਕੇ ਮਾਲਕ ਜੀ ਨੂੰ ਚੇਤੇ ਕਰਨਾ। ਗੱਲ ਵਿਸ਼ਾ ਧਰਮ ਦਾ ਚੱਲ ਰਿਹਾ ਹੈ, ਧਰਮ ਨੂੰ ਮੰਨ ਲਓ ਅਪਣਾਉਣਾ ਕਿਵੇਂ ਹੈ। ਸਤਿਗੁਰੂ ਕਹਿੰਦੇ ਧਰਮ ਦੇ ਵਿੱਚ ਜਿਉਣ ਦਾ ਸਿਰਫ ਇਹੋ ਹੀ ਰਾਹ ਹੈ ਵੀ ਗੁਰੂ ਜੋ ਕਹਿੰਦੇ ਉਹਨੂੰ ਜਿਉਣ ਲੈ। ਬਾਕੀ ਜਿੰਨਾ ਕੁਝ ਹੈ ਉਹ ਧਰਮ ਦੇ ਨਾਲ ਰਿਲੇਟਡ ਸੰਬੰਧਿਤ ਨਹੀਂ ਹੈ। ਜੋ ਤੂੰ ਕਰਦਾ ਹੈ ਉਹਨੂੰ ਮਾਲਕ ਜੀ ਨੇ ਅਵਰ ਕਾਜ ਕਿਹਾ ਹੈ। ਹੁਣ ਸਤਿਗੁਰੂ ਜਦੋਂ ਗੱਲ ਗੁਣ ਗੋਬਿੰਦਾਂ ਦੀ ਕਰ ਰਹੇ ਨੇ, ਗੱਲ ਮਾਲਕ ਨਾਲ ਜੁੜਨ ਦੀ ਕਰ ਰਹੇ ਨੇ, ਇਸ ਵਿਸ਼ੇ ਦੇ ਵਿੱਚ ਜੀਵਨ ਕੋਈ ਕੰਮ ਨਹੀਂ ਆਉਂਦਾ ਜਦੋਂ ਇੱਕ ਰਾਮ ਨਾਮ ਤੋਂ ਬਿਨਾਂ, ਉਹਦੀ ਰਜ਼ਾ 'ਚ ਤੁਰਨ ਤੋਂ ਬਿਨਾਂ ਬਾਕੀ ਸਾਰਾ ਕੁਝ ਕਰਦਾ। ਬੰਦਾ ਸਿਰਫ ਉਹਦੀ ਰਜ਼ਾ 'ਚ ਨਹੀਂ ਤੁਰਦਾ, ਰੱਬ ਦੇ ਨਾਂ 'ਤੇ ਜਿੰਨਾ ਕੁਝ ਹੋ ਰਿਹਾ ਬਾਕੀ ਸਾਰਾ ਕੁਝ ਕਰਨ ਨੂੰ ਤਿਆਰ ਹੈ। ਬਸ ਗੱਲ ਇਹ ਹੈ ਵੀ ਜੇ ਉਹਦੇ ਹੁਕਮ 'ਚ ਚੱਲਣਾ ਹੋਵੇ ਉਹ ਸਾਨੂੰ ਪ੍ਰਵਾਨ ਨਹੀਂ ਹੈ, ਕਿਉਂਕਿ ਸਾਡਾ ਸੁਭਾਅ ਹੈ ਨਾ ਇਹ ਵੀ ਅਸੀਂ ਉਹਦੇ ਹੁਕਮ 'ਚ ਨਹੀਂ ਤੁਰਨਾ। ਪਰ ਹਾਂ ਜੋ ਜੋ ਉਹਨੂੰ ਚੰਗਾ ਲੱਗਦਾ ਹੈ, ਜੋ ਉਹ ਚਾਹੁੰਦਾ ਹੈ, ਉਹ ਕੀ ਕੁਛ ਚਾਹੁੰਦਾ ਹੈ, ਸਾਨੂੰ ਕਿੱਡੀ ਮਰਜ਼ੀ ਕੀਮਤੀ ਚੀਜ਼ ਚਾਹੁੰਦਾ, ਅਸੀਂ ਉਹਨੂੰ ਦੇਣ ਨੂੰ ਤਿਆਰ ਹਾਂ, ਉਹ ਉਹਨੂੰ ਚੜਾਉਣ ਨੂੰ ਤਿਆਰ ਹਾਂ। ਪਰ ਉਹਦੇ ਹੁਕਮ 'ਚ ਚੱਲਣਾ ਉਹ ਸਾਨੂੰ ਪ੍ਰਵਾਨ ਨਹੀਂ ਹੈ। ਕਿਉਂਕਿ ਜਿੱਦਣ ਉਹਦੇ ਰਜ਼ਾ 'ਚ ਤੁਰ ਪਏ, ਉਹਦੇ ਹੁਕਮ 'ਚ ਤੁਰਨਾ ਹੋ ਗਿਆ, ਫਿਰ ਸਾਡਾ ਸਾਰਾ ਕੁਝ ਹੀ ਹੈ ਜਿਹੜਾ ਬਣਿਆ ਬਣਾਇਆ ਹੋ ਸਕਦਾ ਉਹ ਸਾਡੇ ਤੋਂ ਦੂਰ ਹੋ ਜਾਵੇ। ਕਿਉਂਕਿ ਜਿਹੜਾ ਸਾਡੀ ਕੋਸ਼ਿਸ਼ਾਂ ਨੇ, ਸਾਡੇ ਯਤਨ ਨੇ, ਉਹ ਇੱਕ ਨੰਬਰ ਦੇ ਨਹੀਂ ਨਾ ਹੁੰਦੇ। ਤੇ ਜੇ ਕਿਤੇ ਮੰਨ ਲਓ ਵੀ ਸਾਡਾ ਕੰਮ ਕਾਜ ਕਿੱਤਾ ਸਾਰਾ ਕੁਝ ਹੈ ਇਮਾਨਦਾਰੀ ਦੇ ਪੱਖ 'ਤੇ ਖੜਾ ਹੈ, ਤੇ ਫਿਰ ਤਾਂ ਮਾਲਕ ਦੀ ਯਾਦ ਹਮੇਸ਼ਾ ਨਾਲ ਹੀ ਹੈ। ਕਿਉਂਕਿ ਸਾਰਾ ਗੁਰਬਾਣੀ ਹੈ ਨਾ ਜਿਹੜੀ ਇਹ ਪ੍ਰੈਕਟੀਕਲ ਜੀਵਨ ਜਾਂਚ ਸਿਖਾਉਂਦੀ ਹੈ। ਰੱਬ ਨੂੰ ਯਾਦ ਕਰਨਾ ਮਤਲਬ ਉਹਦਾ ਡਰ ਰੱਖਣਾ, ਡਰ ਸੱਚ ਰੱਖਣਾ, ਇਮਾਨਦਾਰੀ ਰੱਖਣੀ, ਇਹ ਮਾਲਕ ਦਾ ਡਰ ਹੀ ਹੈ। ਇਵੇਂ ਜ਼ਿੰਦਗੀ ਜਿਉਣੀ ਹੈ। ਸਤਿਗੁਰੂ ਕਹਿੰਦੇ ਮਨ ਮਾਇਆ ਮੈਂ ਫਦ ਰਹਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕਉਣੇ ਕਾਮ। ਜੀਵਨ ਕਿਸੇ ਕੰਮ ਦਾ ਨਹੀਂ ਹੈ, ਕਿਸੇ ਕਾਰ ਦਾ ਨਹੀਂ ਹੈ, ਜਿੰਨਾ ਟਾਈਮ ਮਾਲਕ ਜੀ ਦੀ ਯਾਦ ਵਿੱਚ, ਉਹਦੀ ਰਜ਼ਾ ਦੇ ਵਿੱਚ ਜੁੜਦਾ ਨਹੀਂ ਹੈ, ਉਹਦੇ ਵਿੱਚ ਨਹੀਂ। ਦੇਖੋ ਕੰਮ ਅਸੀਂ ਸਾਰੀ ਜ਼ਿੰਦਗੀ ਵਿੱਚ ਕਰਦੇ ਹਾਂ। ਆਪਾਂ ਕਹਿੰਦੇ ਵੀ ਮੈਂ ਤਾਂ ਵੱਡੇ ਵੱਡੇ ਕੰਮ ਕਰ ਲਏ, ਬਹੁਤ ਵੱਡੇ ਵੱਡੇ ਕੰਮ ਕਰ ਲਏ ਨੇ ਜ਼ਿੰਦਗੀ ਦੇ ਵਿੱਚ, ਮੈਂ ਤਾਂ ਅਨੇਕਾਂ ਕੰਮ ਕਰਦਾ ਹਾਂ, ਆਹ ਹੁਣ ਤੱਕ ਕਰ ਚੁੱਕਿਆ, ਜੀਵਨ ਕੰਮ ਕਿਉਂ ਨਹੀਂ ਆਇਆ। ਦੇਖੋ ਗੱਲ ਇੱਥੇ ਗੁਰੂ ਦੀ ਵਿਚਾਰਧਾਰਾ ਦੀ ਹੋ ਰਹੀ ਹੈ, ਉਹਦੇ ਨਾਲ ਜੁੜਨ ਦੀ ਗੱਲ ਹੋ ਰਹੀ ਹੈ। ਉਹਦੇ ਨਾਲ ਜੁੜ ਕੇ ਜਿਹੜੇ ਕੰਮ ਕਰਨੇ ਨਾ ਸਕਾਰਤ ਉਹ ਨੇ, ਮਤਲਬ ਗੁਰੂ ਦੇ ਨਾਲ ਜੁੜ ਕੇ ਸਚਾਈ ਪੱਖ ਨੂੰ ਜਿਉਣਾ,
ਸਕਾਰਥ ਹੈ ਜੀਵਨ ਦਾ। ਤੇ ਸਤਿਗੁਰੂ ਅੱਗੇ ਕਿਰਪਾ ਕਰਦੇ ਨੇ, ਕਹਿੰਦੇ ਪ੍ਰਾਣੀ RAM ਨ ਚੇਤਈ, ਮਦ ਮਾਇਆ ਕੈ ਅੰਧ, ਕਹੋ ਨਾਨਕ ਹਰਿ ਭਜਨ ਬਿਨ, ਪਰਤ ਤਾਹੇ ਜਮ ਫੰਦ। ਪ੍ਰਾਣੀ RAM ਨ ਚੇਤਈ, ਮਦ ਮਾਇਆ ਕੈ ਅੰਧ, ਰੱਬ ਨੂੰ ਚੇਤੇ ਨਹੀਂ ਕੀਤਾ, ਉਹਨੂੰ ਸਮਝਿਆ ਨਹੀਂ। ਕਿਉਂ? ਕਿਉਂਕਿ ਮਦ ਮਾਇਆ ਕੈ ਅੰਧ, ਮਾਇਆ ਦੇ ਨਸ਼ੇ ਦੇ ਵਿੱਚ ਅੰਨਾ ਹੋਇਆ। ਮਦ ਨਸ਼ਾ ਹੁੰਦਾ, ਮਦ ਮਾਇਆ ਕੈ, ਮਾਇਆ ਦੇ ਨਸ਼ੇ ਵਿੱਚ ਅੰਨਾ ਹੋਇਆ ਪਿਆ। ਤੇ ਜਦੋਂ ਮਾਇਆ ਦਾ ਨਸ਼ਾ ਚੜ੍ਹਦਾ ਹੈ, ਸਭ ਕੁਛ ਸੁਣਨੋਂ ਬੋਲਣੋਂ ਹਟਾ ਦਿੰਦਾ ਹੈ, ਕਿਉਂਕਿ ਮਾਇਆ ਧਾਰੀ ਅਤ ਅੰਨਾ ਬੋਲਾ ਹੋ ਜਾਂਦਾ, ਅਤ ਦਾ ਅੰਨਾ ਤੇ ਅਤ ਦਾ ਬੋਲਾ ਹੋ ਜਾਂਦਾ। ਤੇ ਸਤਿਗੁਰੂ ਕਹਿੰਦੇ ਅੰਨਾ ਹੋਇਆ ਪਿਆ ਹੈ, ਸੁਣਦਾ ਵੀ ਨਹੀਂ ਹੈ, ਕੁਝ ਦਿਖਦਾ ਵੀ ਨਹੀਂ ਹੈ, ਮਦ ਮਾਇਆ ਕੈ ਅੰਧ। ਇਸੇ ਕਰਕੇ ਗੁਰੂ ਦੀ ਵਿਚਾਰ ਜਾਂ ਮਾਲਕ ਦਾ ਸ਼ਬਦ ਇਹਨੂੰ ਸੁਣਦਾ ਨਹੀਂ ਹੈ। ਪ੍ਰਾਣੀ RAM ਨ ਚੇਤੀ, ਮਦ ਮਾਇਆ ਕੈ ਅੰਧ, ਬਸ ਅੰਨਾ ਹੋਇਆ ਭੱਜਿਆ ਹੀ ਫਿਰਦਾ, ਦੌੜਦਾ ਫਿਰਦਾ, ਅੰਨਿਆਂ ਦੀ ਦੌੜ ਲੱਗੀ ਹੋਈ ਹੈ। ਪ੍ਰਾਣੀ RAM ਨ ਚੇਤੀ, ਮਦ ਮਾਇਆ ਕੈ ਅੰਧ, ਕਹੋ ਨਾਨਕ ਹਰਿ ਭਜਨ ਬਿਨ, ਪਰਤ ਤਾਹੇ ਜਮ ਫੰਦ। ਇਹ ਅੰਨਾਪਣ ਹੈ ਨਾ ਜਿਹੜਾ ਜਮਾਂ ਦੇ ਵੱਸ ਪਾ ਦਿੰਦਾ, ਜਮਾਂ ਦੀ ਫਾਹੀ ਦੇ ਵਿੱਚ ਲੈ ਕੇ ਡਿੱਗ ਪੈਂਦਾ, ਇਹਨੂੰ ਅੰਨਾਪਣ ਹੈ ਜਿਹੜਾ। ਇਸ ਲਈ ਕੋਸ਼ਿਸ਼ ਕਰੀਏ ਅਸੀਂ ਜਿਹੜਾ ਸਾਡਾ ਅੰਨਾਪਣ ਹੈ ਨਾ, ਇਹਨੂੰ ਦੂਰ ਕਰੀਏ, ਕਿਉਂਕਿ ਗੁਰੂ ਮਹਾਨ ਹੈ ਨਾ, ਜਿਹਨੂੰ ਆਪਾਂ ਪਾਵਨ ਗੁਰਬਾਣੀ ਵਿੱਚ ਪੜ੍ਹਦੇ ਹਾਂ ਵੀ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਆਵੈ। ਆਹ ਅੰਨਾਪਣ ਹੈ ਜਿਹੜਾ ਸਾਡਾ ਅੰਧਿਆਰ ਹੈ, ਜਿਹੜਾ ਸੁਰਤ ਦਾ ਹਨੇਰਾ ਹੈ ਜਿਹੜਾ, ਇਹ ਗੁਰੂ ਦੂਰ ਕਰਦਾ। ਕਿਉਂਕਿ ਜਹਾਂ ਗਿਆਨ ਪ੍ਰਕਾਸ਼ ਅਗਿਆਨ ਮਿਟੰਤ, ਅਗਿਆਨਤਾ ਦਾ ਹਨੇਰਾ ਹੈ ਜੀ ਸੁਰਤ ਦੇ ਵਿੱਚ, ਕਰਮ ਕਾਂਡਾਂ ਦਾ ਹਨੇਰਾ ਹੈ। ਤੇ ਜਿੱਦਣ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਇਹ ਅਗਿਆਨਤਾ ਦੂਰ ਹੋ ਜਾਂਦੀ ਹੈ ਸਾਡੀ। ਤੇ ਕੋਸ਼ਿਸ਼ ਕਰੀਏ ਗੁਰੂ ਦੇ ਨਾਲ ਜੁੜ ਕੇ ਸੱਚ ਦੀ ਸੰਭਾਲ ਕਰੀਏ, ਸੱਚ ਨੂੰ ਪਹਿਚਾਣੀਏ। ਤੇ ਜਿੱਦਣ ਸੱਚ ਦੀ ਪਹਿਚਾਣ ਆ ਗਈ, ਸਾਰਾ ਕੁਝ ਪ੍ਰਤੱਖ ਦਿਸ ਗਿਆ, ਫਿਰ ਇਹ ਪਤਾ ਲੱਗ ਜਾਣਾ ਹੈ ਵੀ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ। ਉਹ ਤੋਂ ਬਿਨਾਂ ਤਾਂ ਕੁਝ ਹੈ ਹੀ ਨਹੀਂ ਹੈ, ਮੈਂ ਸਾਰਾ ਜਗਤ ਘੁੰਮ ਫਿਰ ਕੇ ਦੇਖ ਲਿਆ, ਉਹ ਤੋਂ ਬਿਨਾਂ ਕੁਝ ਵੀ ਨਹੀਂ, ਬਾਕੀ ਸਾਰਾ ਕੁਝ ਹੀ ਅੰਧੇਰ ਦੇ ਵਿੱਚ ਹੀ, ਹਨੇਰੇ ਦੇ ਵਿੱਚ ਹੀ ਹੈ। ਬਸ ਗੁਰੂ ਦੇ ਗਿਆਨ ਨੂੰ ਜ਼ਿੰਦਗੀ ਵਿੱਚ ਕਮਾਈਏ, ਪ੍ਰਤੱਖ ਦਿਸ ਪੈਣਾ ਵੀ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਣੀ। ਤੇ ਸਤਿਗੁਰੂ ਕਹਿੰਦੇ ਪ੍ਰਾਣੀ RAM ਨ ਚੇਤੀ, ਮਦ ਮਾਇਆ ਕੈ ਅੰਧ, ਕਹੋ ਨਾਨਕ ਹਰਿ ਭਜਨ ਬਿਨ, ਪਰਤ ਥਾਹੇ ਜਮ ਫੰਦ। ਤੇ ਅੱਗੇ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨ ਕੋਏ, ਕਹੋ ਨਾਨਕ ਹਰਿ ਭਜ ਮਨਾ, ਅੰਤ ਸਹਾਈ ਹੋਏ। ਕਹੋ ਨਾਨਕ ਹਰਿ ਭਜ ਮਨਾ, ਹੇ ਮੇਰੇ ਮਨ ਉਸ ਨੂੰ ਭਜ, ਉਹਨੂੰ ਯਾਦ 'ਚ ਰੱਖ। ਭਜਣ ਦਾ ਮਤਲਬ ਯਾਦ ਰੱਖਣਾ। ਅੰਤ ਸਹਾਈ ਹੋਏ, ਜਿਹੜਾ ਤੇਰੇ ਹਰ ਪਲ ਦਾ ਸਹਾਈ ਹੈ। ਅੰਤ ਹੋਣ ਦਾ ਮਤਲਬ ਇਹ ਨਹੀਂ ਹੈ ਵੀ ਜਦੋਂ ਸਰੀਰ ਨੇ ਡੈਡ ਹੋਣਾ ਉਦੋਂ ਸਹਾਈ ਹੈ। ਇਸ ਗੱਲ ਨੂੰ ਵਿਚਾਰਿਓ ਵੀ ਅੰਤ ਸਮੇਂ ਸਹਾਈ ਹੋਣ ਦਾ ਮਤਲਬ ਹੈ ਜਦੋਂ ਇਹ ਸਮਝ ਲਿਆ ਨਾ ਵੀ ਅਸੀਂ ਹਰੇਕ ਪਲ ਮੇਰਾ ਜਿਹੜਾ ਮਾਲਕ ਦੀ ਰਜ਼ਾ ਦੇ ਵਿੱਚ ਬਤੀਤ ਹੋਵੇ। ਕੀ ਪਤਾ ਅਗਲੇ ਪਲ ਦੇ ਵਿੱਚ ਸਾਹ ਆਉਣਾ ਹੈ ਜਾਂ ਨਹੀਂ ਆਉਣਾ। ਜਿੱਦਣ ਇਹ ਗੱਲ ਸੋਚ ਕੇ ਮਨੁੱਖਾ ਜੀਵਨ ਅਸੀਂ ਜਿਉਣਾ ਸ਼ੁਰੂ ਕਰਤਾ ਨਾ ਵੀ ਕੀ ਪਤਾ ਕਿੱਦਣ ਖਤਮ ਹੋ ਜਾਣਾ ਮੇਰਾ ਆਹ ਦਿਨ, ਆਹ ਪਲ, ਆਹ ਵੀ ਆਖਰੀ ਹੋ ਸਕਦਾ ਹੈ। ਬਸ ਸੱਚ ਦੇ ਆਧਾਰ ਮਾਲਕ ਨੂੰ ਯਾਦ ਕਰਕੇ ਜਿਉਵਾਂ। ਤੇ ਇਸੇ ਨੂੰ ਸਤਿਗੁਰੂ ਕਹਿ ਰਹੇ ਨੇ ਵੀ ਹਰ ਪਲ ਹੈ ਜਿਹੜਾ ਉਹਦੇ ਨਾਲ ਜੁੜੇਗਾ ਨਾ ਤਾਂ ਖੁਸ਼ੀਆਂ ਮਾਣੇਗਾ ਹਮੇਸ਼ਾ। ਹੁਣ ਸਤਿਗੁਰੂ ਨੇ ਕਿਰਪਾ ਕੀਤੀ, ਕਹਿੰਦੇ ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਸੁੱਖਾਂ ਦੇ ਵਿੱਚ ਸਾਰੇ ਸੰਗੀ ਬਣਦੇ ਨੇ ਤੇ ਦੁੱਖ ਦੇ ਵਿੱਚ ਕੋਈ ਸੰਗੀ ਨਹੀਂ ਬਣਦਾ। ਸ਼ੁਰੂਆਤੀ ਜਿਹੜੀ ਆਪਾਂ ਗੱਲ ਕੀਤੀ ਸੀ ਵੀ ਦੁੱਖ ਸੁੱਖ ਹੈ ਨਾ ਜਿਹੜੇ ਸਾਡੇ ਮਨ ਦੇ ਉੱਤੇ ਨਿਰਭਰ ਨੇ। ਕੋਈ ਕਿਸੇ ਨੂੰ ਦੁਖੀ ਨਹੀਂ ਕਰਦਾ ਹੁੰਦਾ, ਨਾ ਕੋਈ ਕਿਸੇ ਨੂੰ ਸੁਖੀ ਕਰ ਸਕਦਾ ਹੁੰਦਾ। ਆਪਣੇ 'ਤੇ ਨਿਰਭਰ ਹੈ ਵੀ ਮੈਂ ਸੁਖੀ ਕਿਵੇਂ ਰਹਿਣਾ, ਦੁਖੀ ਕਿਵੇਂ ਰਹਿਣਾ। ਕਿਉਂਕਿ ਆਪਾਂ ਵਿਚਾਰ ਕੇ ਆਏ ਸੀ ਵੀ ਯਤਨ ਬਹੁਤ ਸੁੱਖ ਕੇ ਕੀ ਦੁੱਖ ਕੋ ਕਿਉਂ ਨਾ ਕੋਈ। ਸੁੱਖ ਅਸੀਂ ਕਿਸੇ ਦੇ ਨੁਕਸਾਨ ਵਿੱਚੋਂ ਲੱਭਦੇ ਹਾਂ ਤੇ ਦੁੱਖ ਸਾਨੂੰ ਕਿਸੇ ਦੀ ਸੁਖੀ ਦੇਖ ਕੇ, ਕਿਸੇ ਨੂੰ ਹੱਸਦਾ ਦੇਖ ਕੇ ਹੁੰਦਾ। ਇਹ ਹੈ ਸਾਡੀ ਮੰਨ ਲਓ ਦੁੱਖ ਸੁੱਖ ਦੀ ਕਹਾਣੀ। ਹੁਣ ਸਤਿਗੁਰੂ ਨੇ ਜਿਹੜੇ ਇੱਥੇ ਸਮਝਾਇਆ ਸਾਨੂੰ ਵੀ ਸੁੱਖ ਮੈਂ ਬਹੁਤ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਆਪਾਂ ਆਮ ਗੱਲ ਕਰਦੇ ਹਾਂ ਵੀ ਦੇਖੋ ਜੀ ਸੁੱਖਾਂ ਵੇਲੇ ਸਾਰੇ ਆ ਜਾਂਦੇ ਨੇ, ਦੁੱਖਾਂ ਵੇਲੇ ਕੋਈ ਨਹੀਂ ਖੜਦਾ। ਦੇਖੋ ਇਹ ਫਿਦਰਤ ਸੁਭਾਅ ਹੈ ਬੰਦੇ ਦਾ ਦੁਨੀਆ ਦੇ ਅੰਦਰ। ਕਿਸੇ ਨੇ ਕੋਈ ਸਮਾਂ ਹੰਢਾਇਆ ਹੁੰਦਾ, ਕਿਸੇ ਨੇ ਨਹੀਂ।
ਦੁਨੀਆ ਦੇ ਵਿੱਚ ਮੰਨ ਲਓ ਵੀ ਆਪਾਂ ਇੱਕ ਦੂਸਰੇ 'ਤੇ ਗੱਲ ਲਾ ਕੇ ਵੇਖੀਏ, ਇੱਕ ਯਤਨ ਹੁੰਦਾ ਬੰਦੇ ਦਾ ਕਿਸੇ ਨੂੰ ਦੱਸਣ ਦਾ ਵੀ ਆ ਯਾਰ ਤੈਨੂੰ ਮੈਂ ਗੱਲ ਸਮਝਾ ਰਿਹਾ, ਪਰ ਹਰੇਕ ਆਪੋ ਆਪਣਾ ਜੀਵਨ ਜਿਉਂਦਾ ਹੁੰਦਾ, ਹਰੇਕ ਦਾ ਆਪੋ ਆਪਣਾ ਪ੍ਰੈਕਟੀਕਲ ਹੁੰਦਾ ਜੀਵਨ ਦਾ। ਦੁਨੀਆ ਦੇ ਅੰਦਰ ਜਿੱਡੇ ਵੀ ਮਹਾਨ ਗਿਆਤਾ ਹੋਣ, ਭਾਵੇਂ ਵੱਡੇ ਤੋਂ ਵੱਡੇ ਗਿਆਨੀ ਹੋਣ, ਕਿਸੇ ਦੇ ਜੀਵਨ ਨੂੰ ਕੋਈ ਨਹੀਂ ਬਦਲ ਸਕਦਾ ਹੁੰਦਾ। ਦੇਖੋ ਇਹ ਗੁਰੂ ਦੀ ਮਹਾਨਤਾ ਹੈ, ਉਹ ਵੱਖਰੀ ਗੱਲ ਆਪਾਂ ਫਿਰ ਗੱਲ ਕਰਦੇ ਹਾਂ। ਦੁਨੀਆ ਦੇ ਅੰਦਰ, ਸਮਾਜ ਦੇ ਅੰਦਰ ਬੰਦਾ ਕਿਸੇ ਨੂੰ ਕੋਈ ਵੀ ਮੰਨ ਲਓ ਕਿਸੇ ਦੀ ਜ਼ਿੰਦਗੀ ਨਹੀਂ ਬਦਲ ਸਕਦਾ। ਕਿਉਂ? ਕਿਉਂਕਿ ਉਹਦਾ ਪਤਾ ਨਹੀਂ ਉਹ ਕਿਹੜੇ ਦੌਰ 'ਚੋਂ ਗੁਜ਼ਰ ਰਿਹਾ। ਹੁਣ ਮੇਰੇ ਵਰਗੇ ਦੀ ਗੱਲ ਆਪਾਂ ਕਰੀ, ਮੈਂ ਤਾਂ ਗਿਆਨ ਦੀ ਮੰਨ ਲਓ ਕੋਈ ਵੀ ਗੱਲ ਸਮਝਦੀ ਮੈਂ ਦੱਸ ਸਕਦਾ, ਅਨੇਕਾਂ ਗਿਆਨ ਵੰਡ ਸਕਦਾ ਵੀ ਐਂ ਨਹੀਂ ਭਾਈ ਐਂ ਆ। ਪਰ ਜਿਹੜਾ ਬੰਦਾ ਉਸ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੁੰਦਾ, ਉਹਨੂੰ ਪਤਾ ਨਾ ਵੀ ਜ਼ਿੰਦਗੀ ਦਾ ਅਹਿਸਾਸ ਕਿਆ। ਗੱਲਾਂ ਦੇ ਨਾਲ ਤਾਂ ਬੜਾ ਸਮਝਾ ਦਿੰਦੇ ਹਾਂ ਅਸੀਂ ਵੀ ਐਵੇਂ ਨਹੀਂ, ਆਹ ਕਰਨਾ ਚਾਹੀਦਾ ਸੀ ਤੈਨੂੰ, ਆਹ ਨਹੀਂ ਕਰਨਾ ਚਾਹੀਦਾ, ਜਾਂ ਹੌਸਲਾ ਰੱਖ, ਆਹ ਰੱਖ। ਪਰ ਜਦੋਂ ਬੀਤਦੀ ਹੁੰਦੀ ਆ ਉਹ ਗੱਲ ਵੱਖਰੀ ਹੈ। ਹੁਣ ਦੇਖੋ ਵੀ ਬੰਦੇ ਦਾ ਆਪੋ ਆਪਣਾ ਸੁਭਾਅ ਹੈ ਅਤੇ ਜ਼ਿੰਦਗੀ ਜਿਉਣ ਦਾ ਤਰੀਕਾ ਵੀ ਆਪਣਾ, ਵੀ ਕਿਹੜੇ ਹਾਲਾਤਾਂ ਵਿੱਚੋਂ ਲੰਘ ਰਿਹਾ। ਕੋਈ ਦੂਜਾ ਸਿਰਫ ਦਿਲਾਸਾ ਦੇ ਸਕਦਾ ਹੁੰਦਾ। ਹੁਣ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਆਪੋ ਆਪਣਾ ਜ਼ਿੰਦਗੀ ਜਿਉਣੀ ਹੈ ਬੰਦੇ ਦੀ, ਕੋਈ ਨਹੀਂ ਸਮਝਾ ਸਕਦਾ, ਅਤੇ ਚੇਂਜਿੰਗ ਬੰਦੇ ਨੇ ਆਪ ਕਰਨੀ ਹੁੰਦੀ ਵੀ ਮੈਂ ਜਿਉਣਾ ਕਿਸ ਤਲ ਤੋਂ ਹੈ। ਹੁਣ ਸਤਿਗੁਰੂ ਜਿਹੜੀ ਕਿਰਪਾ ਕਰਨੀ ਵੀ ਸੁੱਖ ਮੈਂ ਬਹੁਤ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਹੁਣ ਜੇ ਬੰਦਾ ਮੰਨ ਲਓ ਦੁਖੀ ਰਹਿਣ ਦੀ ਆਦਤ ਹੀ ਪਾ ਲਵੇ, ਸੁਖੀ ਦਾ ਮਤਲਬ ਇਹ ਹੈ ਵੀ ਜਿਹੜਾ ਸੁਖੀ ਰਹਿ ਰਿਹਾ, ਮਤਲਬ ਆਪਾਂ ਕਹਿੰਦੇ ਹਾਂ ਵੀ ਉਹਦੇ ਨਾਲ ਹਮੇਸ਼ਾ ਬੰਦੇ ਲੋਕ ਜੁੜੇ ਰਹਿੰਦੇ ਨੇ। ਦੁੱਖ ਮੈਂ ਸੰਗ ਨਾ ਕੋਈ, ਦੁੱਖਾਂ ਵਿੱਚ ਕੋਈ ਸਹਾਈ ਨਹੀਂ ਹੁੰਦਾ। ਅਸਲ ਦੇ ਵਿੱਚ ਦੁੱਖ ਹੁੰਦੇ ਹੀ ਆਪਣੇ ਨੇ, ਮੰਨ ਲਓ ਆਪਣੇ ਅੰਦਰ 'ਤੇ ਨਿਰਭਰ ਕਰਦੇ ਨੇ ਵੀ ਦੁੱਖ ਆਪਣੇ ਨੇ। ਸਰੀਰ ਦੇ ਦੁੱਖਾਂ ਸੁੱਖਾਂ ਦੇ ਵਿੱਚ ਬੜਾ ਬੰਦਾ ਮੰਨ ਲਓ ਵੀ ਜਿਉਂਦਾ ਹੈ, ਸਾਡੇ ਨਾਲ ਵੀ ਆ ਖੜਦੇ ਨੇ, ਬੜੇ ਨੇ। ਪਰ ਜਿਹੜੇ ਸਾਡੇ ਅੰਦਰ ਦੀ ਦੁੱਖ ਦੀ ਗੱਲ ਚੱਲ ਰਹੀ ਹੈ ਨਾ, ਵੀ ਜਿਹੜਾ ਅੰਦਰ ਦੇ ਦੁੱਖ ਸਹੇੜੇ ਹੋਏ ਨੇ ਅਸੀਂ, ਸਾਨੂੰ ਅੰਦਰ ਜਿਹੜੀ ਸੜਨ ਬੇਈਮਾਨੀ, ਜਿਹੜਾ ਅੰਦਰ ਘਬਰਾਹਟ ਹੁੰਦੀ ਹੈ, ਉਹਦਾ ਸੰਗੀ ਕੋਈ ਨਹੀਂ ਬਣਦਾ ਹੁੰਦਾ। ਕਿਉਂ? ਕਿਉਂਕਿ ਲੋਕਾਂ ਨੂੰ ਜੇ ਜ਼ਿਆਦਾਤਰ ਬੰਦਾ ਐਂ ਰਹਿਣ ਲੱਗ ਪਿਆ ਨਾ, ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਯਾਰ ਇਹ ਬੰਦਾ ਸੜਿਆ ਹੀ ਰਹਿੰਦਾ, ਇਹਨੇ ਕਦੇ ਮੂੰਹ ਸਿੱਧਾ ਕਰਨਾ ਹੀ ਨਹੀਂ, ਉਹਦਾ ਫਿਰ ਬੰਦਾ ਆਪਣੇ ਆਪ ਹੀ ਨਹੀਂ ਸਹੀ। ਹੁਣ ਉਹ ਦੁੱਖ ਬੰਦੇ ਦਾ ਆਪਣਾ ਹੈ ਨਾ। ਸੁਖੀ ਰਹਿਣ ਦੀ ਆਦਤ ਪਾ ਲੂਗਾ ਤਾਂ ਲੋਕ ਸੰਗੀ ਵੀ ਬਣਨਗੇ। ਪਰ ਜੇ ਮੰਨ ਲਓ ਵੀ ਮੈਂ ਖੁਦ ਹੀ ਕਿਸੇ ਨੂੰ ਬੁਲਾਉਣ ਦੀ ਕੋਸ਼ਿਸ਼ ਨਾ ਕਰਾਂ, ਮੈਨੂੰ ਚੰਗਾ ਹੀ ਨਾ ਲੱਗੇ ਵੀ ਕੋਈ ਮੈਨੂੰ ਬੁਲਾਵੇ, ਕੋਈ ਮੇਰੇ ਨਾਲ ਰਹੇ, ਕੋਈ ਮੈਨੂੰ ਵੀ ਬੁਲਾਉਣ ਦੀ ਕੋਸ਼ਿਸ਼ ਕਰੇ, ਜੇ ਮੈਨੂੰ ਇਹ ਚੰਗਾ ਹੀ ਨਹੀਂ ਲੱਗ ਰਿਹਾ ਵੀ ਮੈਂ ਕਿਸੇ ਦੀ ਵਡਿਆਈ ਕਰਾਂ, ਕਿਸੇ ਨਾਲ ਜੁੜ ਕੇ ਰਹਾਂ, ਕਿਸੇ ਦੀ ਉਸਤਤ ਕਰਨੀ, ਮੈਨੂੰ ਚੰਗਾ ਖੁਦ ਹੀ ਨਹੀਂ ਲੱਗਦਾ, ਤੇ ਫਿਰ ਅਗਲਾ ਵੀ ਬੁਲਾ ਕੇ ਕੀ ਲੈਣਾ ਹੈ। ਵੀ ਅਗਲਾ ਕਹਿੰਦਾ ਵੀ ਬੰਦਾ ਹੀ ਦੁਖੀ ਹੈ, ਇਹਦੇ ਨਾਲ ਰਹਿਣ ਦੀ ਕੀ ਕੋਸ਼ਿਸ਼ ਕਰਨੀ ਆ ਆਪਾਂ। ਅਤੇ ਜੇ ਕਿਤੇ ਹੱਸਦਾ ਖੇਡਦਾ ਹੋਵੇ, ਮੰਨ ਲਓ ਇਹੋ ਜਿਹਾ ਸੁਭਾਅ ਹੋਵੇ ਲਾਗ ਵਾਲਾ, ਅਤੇ ਉੱਥੇ ਹਰੇਕ ਹੀ ਮਿੱਤਰ ਬਣਦਾ, ਜੁੜਦਾ ਹੈ ਹਰੇਕ ਆ ਕੇ। ਹੁਣ ਜਿਹੜੀ ਆਪਾਂ ਗੱਲ ਕਰ ਰਹੇ ਵੀ ਸੁੱਖ ਮੈਂ ਬਹੁਤ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਦੁੱਖਾਂ ਦੇ ਵਿੱਚ ਸੰਗ ਨਹੀਂ ਬਣਦਾ ਹੁੰਦਾ ਕਦੇ ਵੀ। ਹੁਣ ਇਹ ਗੱਲ ਨੂੰ ਜਿਹੜੀ ਆਪਾਂ ਵਿਚਾਰੀਏ, ਮਨ ਦੇ ਤਲ ਤੋਂ ਵਿਚਾਰ ਚੁੱਕੇ ਹਾਂ ਵੀ ਦੁੱਖ ਉਹ ਆਪਣੇ ਨੇ ਜਿੱਥੇ ਕੋਈ ਸੰਗੀ ਨਹੀਂ ਬਣਦਾ। ਜਿਹੜੇ ਅੰਦਰ ਦੇ ਦੁੱਖ ਸਹੇੜੇ ਨੇ, ਯਤਨ ਸੁੱਖਾਂ ਦੇ ਕੀਤੇ ਸੀ, ਸੁੱਖ ਮਾਣਦਿਆਂ ਬਾਣਦਿਆਂ ਕੰਮ ਇਹੋ ਜਿਹੇ ਕਰਤੇ ਵੀ ਦੁੱਖ ਹੀ ਆ ਚੰਬੜੇ ਨੇ, ਉਹ ਦੁੱਖਾਂ ਦਾ ਕੋਈ ਸਹਾਈ ਨਹੀਂ ਹੁੰਦਾ। ਜਦੋਂ ਗਲਤ ਕੰਮ ਕਰਕੇ ਸੁੱਖ ਲੱਭਦੇ ਹਾਂ, ਜਦੋਂ ਦੁੱਖ ਲੱਗਦਾ ਹੈ ਨਾ, ਮੰਨ ਲਓ ਵੀ ਉਹ ਸੁੱਖਾਂ ਦਾ ਨਤੀਜਾ ਦੁੱਖਾਂ ਵਿੱਚ ਬਦਲਦਾ ਹੈ। ਜਦੋਂ ਪਲ ਦੇ ਸੁੱਖ ਤਾਂ ਮਾਣ ਲਏ, ਪਰ ਕੀਤੇ ਕਰਮ ਦਾ ਨਤੀਜਾ ਜਦੋਂ ਬਾਅਦ 'ਚ ਨਿਕਲਿਆ, ਜਦੋਂ ਬਾਅਦ ਦੇ ਵਿੱਚ ਨਤੀਜਾ ਉਹਦਾ ਨਿਕਲਿਆ, ਉਹ ਜਦੋਂ ਦੁੱਖ ਚੰਬੜੇ ਨੇ, ਉੱਥੇ ਕੋਈ ਸਹਾਈ ਨਹੀਂ ਬਣਦਾ। ਜਿਹੜਾ ਆਪਾਂ ਸੰਦਰਭ ਵਿੱਚ ਗੱਲ ਕਰ ਰਹੇ ਹਾਂ ਵੀ ਲੋੜੈ ਦਾਖ ਬਜੌਰੀਆਂ ਕਿੱਕਰ ਬੀਜੈ ਜੱਟ, ਵੀ ਜਦੋਂ ਬੀਜ ਬੀਜਿਆ ਉਦੋਂ ਤਾਂ ਚੰਗਾ ਲੱਗਿਆ, ਪਰ ਜਦੋਂ ਉਹ ਵਧਿਆ ਫੁੱਲਿਆ ਉਦੋਂ ਉਹ ਔਖਾ ਬੜਾ ਕਰਦਾ। ਤੁਸੀਂ ਵੇਖੋ ਕਦੇ ਵੀ ਕਿਸੇ ਵੀ ਕੰਮ ਦੀ ਸ਼ੁਰੂਆਤ ਹੈ ਨਾ, ਮੰਨ ਲਓ ਔਗਣਾਂ ਦੀ ਤਾਂ ਗੱਲ ਹੀ ਇਹੋ ਜਿਹੀ ਹੈ, ਜਦੋਂ ਔਗਣ ਬੰਦਾ ਸ਼ੁਰੂ ਕਰਦਾ ਨੇ ਜ਼ਿੰਦਗੀ ਦੇ ਵਿੱਚ ਮਾੜੇ ਕੰਮ, ਉਹ ਬੜੇ ਚੰਗੇ ਲੱਗਦੇ ਨੇ ਕਦੇ ਵੀ। ਬਸ ਨਿੱਕੀ ਜਿਹੀ ਉਦਾਹਰਨ ਤੋਂ ਸਮਝਿਓ, ਕਿੱਕਰ ਦਾ ਬੀਜ ਵੇਖਿਓ ਬੜਾ ਕੋਮਲ ਹੁੰਦਾ ਹੈ, ਪਰ ਇਹ ਨਹੀਂ ਪਤਾ ਹੁੰਦਾ ਉਹਦੇ ਵਿੱਚੋਂ ਕੰਡੇ ਨਿਕਲਣੇ ਨੇ। ਅਤੇ ਹਰੇਕ ਜਦੋਂ ਸ਼ੁਰੂਆਤ ਕਰਦਾ ਨੇ ਬੰਦਾ, ਕੋਈ ਵੀ ਚਸਕਾ, ਕੋਈ ਵੀ ਰਸ ਸ਼ੁਰੂ ਕਰਦਾ ਹੈ, ਉਹਦੇ 'ਚੋਂ ਕਿਰਾਂ ਬੜਾ ਸਵਾਦ ਮਿਲਦਾ ਹੈ ਬੰਦੇ ਨੂੰ। ਪਰ ਹੌਲੀ ਹੌਲੀ ਅੱਗੇ ਜ਼ਿੰਦਗੀ ਵੱਧਦੀ ਜਾਂਦੀ ਹੈ, ਫਿਰ ਉਹਦੇ 'ਚੋਂ ਬੀਜ ਨਿਕਲਦੇ ਨੇ ਜਿਹੜੇ ਕਿੱਕਰਾਂ ਦੇ ਬੀਜ ਵਾਂਗੂ ਬੜੇ ਦੁਖੀ ਕਰਦੇ ਨੇ। ਹੁਣ ਉਹ ਸੰਦਰਭ ਉਹੀ ਚੱਲ ਰਿਹਾ ਹੈ ਵੀ ਸੁੱਖ ਦੁੱਖ ਜਿਹੜੇ ਤੇਰੇ ਆਪਣੇ 'ਤੇ ਨਿਰਭਰ ਹੈ। ਜਿੰਨਾ ਚਿਰ ਸੁਖੀ ਹੈ ਉਦੋਂ ਲੱਗਦਾ ਸੰਗੀ, ਪਰ ਜਿੱਦਣ ਅੰਦਰ ਦੁੱਖ ਆ ਗਿਆ ਨਾ, ਸਰੀਰ ਦੇ ਸੰਗੀ ਬਹੁਤ ਹੋ ਜਾਂਦੇ ਹੁੰਦੇ ਨੇ।
ਪਰ ਅੰਦਰ ਦੇ ਦੁੱਖ ਨੂੰ ਵੰਡਾਉਣ ਵਾਲਾ ਹੁਣ ਕੋਈ ਨਹੀਂ ਹੈ, ਕਿਉਂਕਿ ਉਹ ਵੀ ਤੂੰ ਹੀ ਸਵਾਦ ਲੈਂਦਾ ਸੀ ਤੇ ਦੁੱਖ ਵੀ ਤੈਨੂੰ ਹੀ ਭੋਗਣੇ ਪੈਣਗੇ। ਜਦੋਂ ਆਪਾਂ ਆਮ ਗੱਲ ਕਰਦੇ ਹਾਂ ਨਾ ਵੀ ਗੁਰਬਾਣੀ ਇਹ ਗੱਲ ਇੱਕ ਇਹ ਵੀ ਸਮਝ ਲਿਓ ਨਾਲ ਵੀ ਗੁਰਬਾਣੀ ਇੱਕ ਗੱਲ ਕਰਦੀ ਹੈ ਜੀ ਬਾਹਰੀ ਤਾਂ ਵੀ ਲੋਕ ਦੁੱਖਾਂ ਵਿੱਚ ਸੰਗੀ ਨਹੀਂ ਹੁੰਦੇ, ਦੁੱਖ ਵਿੱਚ ਖੜਦੇ ਨਹੀਂ ਹੈ, ਇਹ ਗੱਲ ਨਹੀਂ ਹੈ ਦੁਨੀਆ ਦੇ ਅੰਦਰ। ਅਸੀਂ ਆਲੇ ਦੁਆਲੇ ਮੰਨ ਲਓ ਪਿੰਡਾਂ ਵਿੱਚ ਰਹਿੰਦੇ ਹਾਂ, ਰਿਸ਼ਤੇ ਨਾਤੇ ਨੇ ਸਾਡੇ, ਇਹ ਗੱਲ ਸੱਚੀ ਮੰਨ ਲਓ ਇੱਦਾਂ ਨਹੀਂ ਕਹਿ ਸਕਦੇ ਵੀ ਅਸੀਂ ਦੁੱਖਾਂ ਵਿੱਚ ਖੜਦੇ ਨਹੀਂ ਹੈਗੇ। ਬੜਾ ਕੁਝ ਹੁੰਦਾ ਇੱਥੇ, ਸਹਾਈ ਬਣ ਜਾਂਦੇ ਨੇ, ਆਪਣੇ ਵੀ ਆ ਖੜਦੇ ਨੇ, ਬਗਾਨੇ ਵੀ ਖੜ ਜਾਂਦੇ ਨੇ। ਤੁਸੀਂ ਆਮ ਹੀ ਵੇਖੋ, ਮੰਨ ਲਓ ਕੋਈ ਮਰਗ ਹੋਈ ਹੋਵੇ, ਕੋਈ ਬਿਮਾਰ ਹੋਵੇ, ਕੋਈ ਨੁਕਸਾਨ ਹੋ ਜਾਵੇ, ਕੌਣ ਨਹੀਂ ਖੜਦਾ? ਸਾਰੇ ਆਉਂਦੇ ਨੇ, ਖੜਦੇ ਨੇ ਨਾਲ ਆ ਕੇ। ਬੜੇ ਰਿਸ਼ਤੇਦਾਰ ਸਾਡੇ, ਧੀਆਂ ਪੁੱਤਰ ਭਾਵੇਂ ਜਿੰਨੇ ਮਰਜ਼ੀ ਹੋਣ, ਜੇ ਮਰਜ਼ੀ ਬੋਲ ਚਾਲ ਬੰਦ ਹੋਈ ਹੋਵੇ, ਪਰ ਜਦੋਂ ਦੁੱਖ ਆਉਂਦਾ ਇਨਸਾਨ ਤੇ ਇੱਕਦਮ ਖੜਦੇ ਨਹੀਂ ਲੋਕ ਆ ਕੇ, ਕੋਈ ਸਹਾਇਤਾ ਜਿਵੇਂ ਦੀ ਮਰਜ਼ੀ ਕਰਦਾ ਹੈ। ਪਰ ਜਿਹੜੇ ਆਪਣੇ ਦੁੱਖ ਸਹੇੜੇ ਹੋਏ ਨੇ, ਜਿਹੜੇ ਅੰਦਰ ਦੁੱਖ ਲੱਗੇ ਹੋਏ ਨੇ, ਸਾਡੇ ਮਾਨਸਿਕ ਸੰਤੁਲਨ ਨੂੰ ਵਿਗਾੜਨ ਵਾਲੇ ਨੇ, ਉਹਨਾਂ ਦੁੱਖਾਂ ਦਾ ਕੋਈ ਸਹਾਈ ਨਹੀਂ ਬਣਦਾ ਹੁੰਦਾ। ਉਹ ਦੁੱਖ ਕਿਵੇਂ ਦੇ ਨੇ? ਕਿਸੇ ਨਾਲ ਨਫ਼ਰਤ ਕਰਨੀ, ਕਿਸੇ ਨਾਲ ਸਾੜਾ ਕਰਨਾ, ਈਰਖਾ ਰੱਖਣੀ, ਬੇਈਮਾਨੀ ਰੱਖਣੀ। ਤੁਸੀਂ ਵੇਖ ਲਓ ਕਦੇ ਵੀ ਕਿ ਹਮੇਸ਼ਾ ਬੰਦੇ ਨੇ ਹਰੇਕ ਤੋਂ ਜੈਲਸੀ ਫੀਲ ਕਰਨੀ ਨਾ, ਉਹ ਵੀ ਬੰਦੇ ਦਾ ਮੰਨ ਲਓ ਵੀ ਅੰਦਰ ਸਾੜ ਦਿੰਦੀ ਹੈ, ਉਹ ਵੀ ਸਰਦਰਦ ਕਰਨ ਲੱਗ ਪੈਂਦੇ, BP ਵੱਧਦੇ ਨੇ। ਇਹੋ ਜਿਹੇ ਦੁੱਖਾਂ ਦਾ ਸਹਾਈ ਨਹੀਂ ਹੁੰਦਾ ਕੋਈ। ਹਾਂ, ਸਰੀਰ 'ਤੇ ਦੁੱਖ ਕੋਈ ਆਉਂਦਾ ਤਾਂ ਉਦੋਂ ਬੜੇ ਸਹਾਈ ਬਣਦੇ ਨੇ। ਸਤਿਗੁਰੂ ਕਹਿੰਦੇ ਸੁੱਖ ਮੈਂ ਬਹੁਤ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਈ, ਹੱਸਦਿਆਂ ਦੇ ਨਾਲ ਜੁੜ ਜਾਂਦੇ ਨੇ। ਪਰ ਜੇ ਮੈਨੂੰ ਆਦਤ ਹੀ ਦੁਖੀ ਰਹਿਣ ਦੀ ਹੋਵੇ, ਫਿਰ ਕਿੰਨਾ ਕੁ ਚਿਰ ਅਗਲਾ ਨਾਲ ਰਹੇਗਾ? ਇਸ ਲਈ ਕੋਸ਼ਿਸ਼ ਸੁਖੀ ਰਹਿਣ ਦੀ ਹੈ, ਵੀ ਸੁਖੀ ਰਹੀਏ। ਅਤੇ ਜੇ ਅਸੀਂ ਹੱਸਦੇ ਵੀ ਹੋਈਏ ਨਾ, ਜਦੋਂ ਖੁਸ਼ੀ ਹੈ ਕੋਲੇ, ਉਦੋਂ ਹਰੇਕ ਨਾਲ ਪਿਆਰ ਸਤਿਕਾਰ ਨਾਲ ਬੋਲਾਂਗੇ। ਜਦੋਂ ਦੁੱਖ ਆਊਗਾ ਤਾਂ ਅਗਲੇ ਖੜਦੇ ਵੀ ਨਾਲ ਨੇ, ਆ ਕੇ ਖੜ ਜਾਂਦੇ ਨੇ। ਇਸ ਲਈ ਸਤਿਗੁਰੂ ਕਹਿੰਦੇ ਕਹੋ ਨਾਨਕ ਹਰ ਭਜ ਮਨਾ, ਅੰਤ ਸਹਾਈ ਹੋਏ। ਅੰਤ ਸਹਾਈ ਹੋਣ ਦਾ ਮਤਲਬ ਹਰ ਪਲ ਮਾਲਕ ਨੂੰ ਨਾਲ ਰੱਖ, ਹੱਸਦਾ ਖੇਡਦਾ ਰਵੇਂਗਾ, ਸੁਖੀ ਰਵੇਂਗਾ। ਕਿਤੇ ਵੀ ਦੁੱਖ ਵੀ ਆਇਆ ਤੇ ਨਾਲ ਖੜਨ ਵਾਲੇ ਵੀ ਆ ਜਾਂਦੇ ਨੇ। ਇਸ ਲਈ ਰਜ਼ਾ ਦੇ ਵਿੱਚ ਰਹਿਣਾ ਸਿੱਖ। ਬਾਹਰੀ ਦੁੱਖ ਸੁਖਾਉਂਦੇ ਰਹਿੰਦੇ ਨੇ, ਪਰ ਅੰਦਰ ਦਾ ਸੁੱਖ ਉਵੇਂ ਰਵੇ, ਅੰਦਰ ਮਾਲਕ ਸਹਾਈ ਰਵੇ, ਉਹਨੂੰ ਆਪਣਾ ਸਹਾਈ ਮੰਨ, ਤੇ ਬਾਹਰੀ ਦੁੱਖ ਸੁੱਖ ਆਉਂਦੇ ਜਾਂਦੇ ਰਹਿੰਦੇ ਨੇ। ਫਿਰ ਫਿਕਰ ਕਰਨ ਦੀ ਲੋੜ ਨਹੀਂ ਪੈਂਦੀ ਵੀ ਕੋਈ ਖੜਿਆ ਜਾਂ ਨਾ ਖੜਿਆ। ਇਸ ਲਈ ਆਪਾਂ ਇਹ ਗੱਲ ਨੂੰ ਸਮਝਣਾ ਹੈ ਵੀ ਜੋ ਸਤਿਗੁਰੂ ਸਾਨੂੰ ਜਿਉਣਾ ਸਿਖਾਉਂਦੇ ਨੇ। ਦੇਖੋ ਕਈ ਵਾਰ ਨਾ ਵਿਚਾਰਾਂ ਇਹੋ ਜਿਹੀਆਂ ਆਉਂਦੀਆਂ ਨੇ ਵੀ ਗੁਰਬਾਣੀ ਆਹ ਦੱਸਦੀ ਹੈ, ਗੁਰਬਾਣੀ ਆਹ ਗੱਲ ਕਰਦੀ ਹੈ, ਗੁਰਬਾਣੀ ਕਹਿੰਦੀ ਹੈ ਧੀਆਂ ਪੁੱਤਰ ਨਹੀਂ ਬਣਦੇ, ਗੁਰਬਾਣੀ ਕਹਿੰਦੀ ਰਿਸ਼ਤੇਦਾਰ ਨਹੀਂ ਬਣਦੇ। ਇਹੋ ਜਿਹੀ ਗੱਲ ਕਦੇ ਗੁਰਬਾਣੀ ਵਿੱਚ ਨਹੀਂ ਲਿਖੀ ਹੋਈਗੀ। ਕੌਣ ਨਹੀਂ ਖੜਦਾ? ਸਾਰੇ ਖੜਦੇ ਹੁੰਦੇ ਨੇ ਹਮੇਸ਼ਾ ਜਦੋਂ ਦੁੱਖ ਤਕਲੀਫ ਆਵੇ। ਗੁਰੂ ਸਾਹਿਬਾਨਾਂ ਨੇ ਖੁਦ ਜਿਉਂ, ਮੰਨ ਲਓ ਜੇ ਇਹੀ ਗੱਲਾਂ ਹੁੰਦੀਆਂ, ਜੇ ਇਹੋ ਜਿਹਾ ਕੁਛ ਹੁੰਦਾ ਤੇ ਗੁਰੂ ਸਾਹਿਬ ਪਰਿਵਾਰ ਛੱਡ ਕੇ ਨਾ ਚਲੇ ਜਾਂਦੇ ਆਪਣਾ। ਮੰਨ ਲਓ ਜੇ ਪਤਾ ਹੁੰਦਾ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੇ ਕਿਹੜਾ ਬਣਨਾ, ਤੇ ਐਡਾ ਪਿਆਰ ਲਾਡ ਸਤਿਕਾਰ ਉਹ ਕਿੱਥੇ ਦਿੰਦੇ ਉਹਨਾਂ ਨੂੰ? ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਤਲਬ ਕਿ ਜਦੋਂ ਮਾਤਾ ਗੁਜਰ ਕੌਰ ਮਤਲਬ ਵੀ ਕੁੱਖ ਦੇ ਵਿੱਚ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮੰਨ ਲਓ ਨਾਲ ਰੱਖਦੇ ਨੇ, ਇੰਨੀ ਪਰਵਰਿਸ਼ ਕਰ ਰਹੇ ਨੇ ਵੀ ਜਦੋਂ ਉਹਨਾਂ ਨੂੰ ਬੰਗਾਲ ਦੇ ਵਿੱਚ ਜਾਣਾ ਪਿਆ ਹੈ ਨਾ, ਮੰਨ ਲਓ ਵੀ ਪਟਨੇ ਤੱਕ ਮਾਤਾ ਨੂੰ ਨਾਲ ਲੈ ਕੇ, ਅੱਗੇ ਮਾਹੌਲ ਠੀਕ ਨਹੀਂ ਸੀ, ਮਾਤਾ ਨੂੰ ਉੱਥੋਂ ਤੱਕ ਛੱਡ ਕੇ ਇੰਨਾ ਨਾਲ ਰੱਖਿਆ। ਕੌਣ ਕਹਿੰਦਾ ਵੀ ਘਰ ਦੇ ਪਰਿਵਾਰ ਜੀਆਂ ਪੁੱਤਰ ਸਾਥ ਨਹੀਂ ਦਿੰਦੇ? ਹਾਂ ਇਹ ਗੱਲ ਹੈ ਵੀ ਕੋਈ ਸੜਨ ਵਾਲਾ ਨਹੀਂ ਹੁੰਦਾ ਨਾਲ, ਚਿਖਾਂ ਦੇ ਨਾ ਹੀ ਕੋਈ ਸੜ ਸਕਦਾ, ਕੋਈ ਵੀ ਨਹੀਂ ਹੈ। ਅਸੀਂ ਉੱਥੇ ਕਸਵੱਟੀ ਲਾਉਂਦੇ ਵੀ ਚਿਖਾ ਵਿੱਚ ਕੋਈ ਨਹੀਂ ਸੜਦਾ, ਅਖੀਰੀ ਦਮ ਤੱਕ ਖੜਦੇ ਤਾਂ ਹੈਗੇ ਨੇ ਨਾਲ। ਬੜਾ ਕੁਛ ਆਪੇ ਦੇਖ ਲਓ, ਮੰਨ ਲਓ ਕੋਈ ਦਿੱਕਤ ਆ ਜਾਵੇ, ਬੜਾ ਸਾਰਾ ਪਿੰਡ ਪੁੱਛਣ ਆਉਂਦਾ, ਕੋਈ ਮਰਗ ਹੋ ਜਾਵੇ, ਅਗਲਾ ਸਹਾਈ ਹੁੰਦਾ, ਸਾਥ ਵੀ ਖੜਦਾ। ਇਵੇਂ ਦੀ ਗੱਲ ਨਹੀਂ ਹੁੰਦੀ ਵੀ ਕੋਈ ਸੰਗੀ ਸਾਥੀ ਨਹੀਂ ਬਣਦਾ, ਧੀਆਂ ਪੁੱਤਰ ਨਹੀਂ ਬਣਦੇ, ਛੱਡ ਦੇਣਾ ਚਾਹੀਦਾ। ਬੜਿਆਂ ਨੇ ਇਹੋ ਜਿਹੀਆਂ ਵਿਚਾਰਧਾਰਾ ਸੁਣ ਸੁਣ ਕੇ ਨਾ ਆਪਣਾ ਫਰੈਂਡ ਸਰਕਲ, ਆਪਣੇ ਮਾਤਾ ਪਿਤਾ ਨੂੰ ਛੱਡਤਾ ਬੰਦਿਆਂ ਨੇ, ਜਿਹਦਾ ਸਿਰਫ ਨੁਕਸਾਨ ਹੀ। ਉਹ ਗੁਰਬਾਣੀ ਇਹ ਗੱਲਾਂ ਨਹੀਂ ਸਮਝ ਆਉਂਦੀ। ਗੁਰਬਾਣੀ ਦੇ ਸੰਦਰਭ ਤੋਂ ਜਦੋਂ ਸਮਝਾਂਗੇ ਨਾ, ਉਦੋਂ ਵੱਖਰੀ ਗੱਲ ਹੋਣੀ ਹੈ। ਜੇ ਕਿਤੇ ਟਾਈਮ ਮਿਲਿਆ ਆਪਾਂ ਵਿਚਾਰਨੀਆਂ ਨੇ ਗੱਲਾਂ, ਜਦੋਂ ਮਾਨਸਿਕ ਤਲ 'ਤੇ ਸਤਿਗੁਰੂ ਗੱਲਾਂ ਕਰਦੇ ਨੇ ਵੀ ਜਿਹੜਾ ਸਹਾਈ ਮਾਲਕ ਨੇ ਬਣਨਾ ਹੈ ਨਾ, ਮੰਨ ਲਓ ਅੰਦਰੀ ਵੀ ਜਿਹੜਾ ਸਾਡਾ ਸਹਾਈ ਹੋਣਾ ਹੈ, ਉੱਥੇ ਹਾਂ ਕਿਸੇ ਦੀ ਪਾਇਆ ਨਹੀਂ ਹੈ ਵੀ ਉੱਥੇ ਕੋਈ ਪਹੁੰਚ ਸਕੇ। ਉਹ ਅੰਦਰ ਦੀ ਜਿਹੜੀ ਤਾਕਤ ਆ ਉੱਥੇ ਮਾਲਕ ਜੀ ਨੇ ਖੜਨਾ ਹੀ ਖੜਨਾ। ਪਰ ਸਰੀਰ ਦਾ ਸਹਾਈ ਤਾਂ ਭਾਈ ਹਰੇਕ ਹੀ ਬਣਦਾ, ਬੰਦਾ ਨਿਰਭਰ ਹੀ ਹੈ। ਮੰਨ ਲਓ ਆਪਣੇ ਮਾਂ-ਬਾਪ 'ਤੇ ਨਿਰਭਰ ਹੈ, ਮਾਂ-ਬਾਪ ਆਪਣੇ ਬੱਚਿਆਂ 'ਤੇ ਨਿਰਭਰ ਨੇ। ਇੱਥੇ ਭਾਈਚਾਰਕ ਸਾਂਝ ਬਣਾਈ ਗੁਰਬਾਣੀ ਨੇ, ਤੋੜੀ ਨਹੀਂ ਹੈ। ਸੋ ਖੈਰ ਕਾਹੋ ਨਾਨਕ ਹਰ ਭਜ ਮਨਾ, ਅੰਤ ਸਹਾਈ ਹੋਏ। ਸਤਿਗੁਰ ਕਹਿੰਦੇ ਇੱਦਾਂ ਸਮਝ ਵੀ ਮਾਲਕ ਜਿਹੜਾ ਮੇਰਾ ਹਰ ਪਲ ਸਹਾਈ ਹੈ, ਨਾਲ ਹੀ ਜਿਉਂ ਰਿਹਾ। ਅਤੇ ਜੇ ਉਹ ਸਹਾਈ ਹੈ, ਜਦੋਂ ਵੀ ਕਿਤੇ ਮਨ ਡੋਲਦਾ, ਕੋਈ ਗਲਤ ਕੰਮ 'ਤੇ ਤੁਰਦਾ ਹੈ,
ਤੁਰਨ ਦੀ ਕੋਸ਼ਿਸ਼ ਵੀ ਕਰਦਾ ਹੈ, ਗਲਤ ਖਿਆਲ ਉਪਜਦਾ ਵੀ ਹੈ, ਉੱਥੇ ਹੀ ਬਸ ਰੱਬ ਦੀ ਯਾਦ, ਗੁਰੂ ਦੀ ਵਿਚਾਰਧਾਰਾ ਸਾਹਮਣੇ ਖੜੀ ਹੋਵੇ ਤਾਂ ਮਰਨ ਤੋਂ, ਜ਼ਮੀਰ ਮਰਨ ਤੋਂ, ਗਲਤ ਕੰਮ ਕਰਨ ਤੋਂ ਸਤਿਗੁਰੂ ਦੀ ਰੋਕ ਲੈਂਦੇ ਨੇ। ਇਵੇਂ ਹੈ ਗੁਰਬਾਣੀ ਦਾ ਸਿਧਾਂਤ, ਇਵੇਂ ਗੁਰਬਾਣੀ ਸਾਨੂੰ ਜਿਉਣਾ ਸਿਖਾਉਂਦੇ। ਸੋ ਕੋਸ਼ਿਸ਼ ਕਰੀਏ ਮਾਲਕ ਜੀ ਦੇ ਨਾਲ ਜੁੜ ਕੇ ਚੰਗੇ ਕੰਮ ਕਰੀਏ, ਕਿਉਂਕਿ ਚੰਗੇ ਕੰਮਾਂ ਦੇ ਵਿੱਚੋਂ ਹਮੇਸ਼ਾ ਹਾਸੇ ਖੁਸ਼ੀਆਂ ਨਿਕਲਦੀਆਂ ਨੇ। ਇਸ ਲਈ ਬੀਜ ਇਹੋ ਜਿਹੇ ਬੀਜੇ ਜਿੱਥੋਂ ਸਾਨੂੰ ਸੁੱਖ ਮਿਲੇ, ਖੁਸ਼ੀ ਹੋਈਏ, ਅਤੇ ਜਿੱਦਣ ਖੁਸ਼ ਰਹਿਣ ਲੱਗ ਪਏ ਫਿਰ ਸੰਗੀ ਸਾਰੇ ਆਪਣੇ ਆਪ। ਬੀਜ ਹੀ ਸਾਡੇ ਗਲਤ ਨੇ, ਦੁਖੀ ਖੁਦ ਅਸੀਂ ਆਪ ਹਾਂ, ਅਤੇ ਅਸੀਂ ਕਿਸੇ ਨੂੰ ਲਾਂਭਾ ਕਿਉਂ ਦਈਏ ਵੀ ਕੋਈ ਨਾਲ ਨਹੀਂ ਖੜਦਾ। ਅਗਲਾ ਕਹਿੰਦਾ ਇਹਦਾ ਕੰਮ ਹੀ ਨਿੱਤ ਦਾ, ਵੀ ਅਸੀਂ ਇੱਕ ਪਲ ਪਲ ਇਹਦੇ ਨਾਲ ਖੜੀਏ, ਜੁੜੀਏ, ਇਹ ਤਾਂ ਰੋਂਦਾ ਹੀ ਰਹਿੰਦਾ, ਕਦੇ ਹੱਸ ਕੇ ਵੀ ਨਹੀਂ ਦੇਖਿਆ। ਇਸ ਲਈ ਸਾਡੇ 'ਤੇ ਨਿਰਭਰ ਹੈ ਵੀ ਅਸੀਂ ਲੋਕਾਂ ਨਾਲ ਲਗਾਵ ਕਿਵੇਂ ਦਾ ਰੱਖਣਾ ਹੈ। ਸੋ ਦਾਤਾ ਰਹਿਮਤ ਕਰੇ। ਪਾਵਨ ਗੁਰਬਾਣੀ ਦੇ ਬੋਲ ਵਿਚਾਰਦਿਆਂ ਸਾਂਝੇ ਕਰਦਿਆਂ ਨੇਕਾਂ ਭੁੱਲਾਉਣੀ ਸੁਭਾਵਕ ਨੇ। 32 ਸ਼ਲੋਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਪਾਂ ਵਿਚਾਰ ਚੁੱਕੇ ਹਾਂ। ਸਾਰਿਆਂ ਦਾ ਧੰਨਵਾਦ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।